देशवा पर मोहे है, शुभ कर्मन ते कभू न डरूं, न डरूं और सोच अब जाए लड़ूं, निश्चय कर अपनी जीत करूं। वाहिगुरू जी का खालसा वाहिगुरू जी की फतेह। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 503 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 504 ਨੰਬਰ ਲੈ ਕੇ ਮੁੜ ਤੋਂ ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੰਸਾਰ ਦੇ ਕਿਸੇ ਕੋਨੇ ਵਿੱਚ ਵੀ ਬੈਠੇ ਜਿੱਥੇ ਵੀ ਸੰਗਤ ਟੀਵੀ ਦੀ ਆਵਾਜ਼ ਆ ਰਹੀ ਹੈ, ਪ੍ਰੋਗਰਾਮ ਜਾ ਰਿਹਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਕਿ ਇਸ ਲੜੀਵਾਰ ਪ੍ਰੋਗਰਾਮ ਨੂੰ ਦੇਖਦੇ ਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਕਿ ਸਾਡੇ ਸਾਰੇ ਹੀ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਵੀਰ ਜੀ ਨੂੰ ਜੀ ਆਖਦੇ ਨੇ। ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਗੁਰੂ ਫਤਿਹ ਸਾਂਝੀ ਕਰਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਸਵਾਲ ਮੇਰਾ ਵੀਰ ਜੀ ਹੈ ਕਿ ਸਤਿਗੁਰੂ ਜੀ ਜਿਹੜੇ ਤਲਵੰਡੀ ਸਾਬੋ ਜਦੋਂ ਸੰਗਤ ਜੁੜੀ ਹੋਈ ਸੀ, ਉਸ ਜੁੜੀ ਹੋਈ ਸੰਗਤ ਦੇ ਵਿੱਚ ਇੱਕ ਬਹੁਤ ਮਸ਼ਹੂਰ ਸਾਖੀ ਵੀ ਉਸ ਸਮੇਂ ਜਿਹੜੀ ਇਹ ਵਾਪਰੀ ਸੀ। ਉਸ ਸਮੇਂ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਜਿਹੜੇ ਸੀ ਉਹ ਦਮਦਮਾ ਸਾਹਿਬ ਪਹੁੰਚੇ ਤੇ ਕਲਗੀਧਰ ਪਾਤਸ਼ਾਹ ਜੀ ਦੇ ਕੋਲੋਂ ਸਾਹਿਬਜ਼ਾਦਿਆਂ ਬਾਬਤ ਉਹਨਾਂ ਨੇ ਪੁੱਛਿਆ ਕਿ ਸਾਹਿਬਜ਼ਾਦੇ ਕਿੱਥੇ ਨੇ ਜਾਂ ਕੀ ਗੱਲ ਹੋਈ। ਪਤਾ ਤੇ ਉਹਨਾਂ ਨੂੰ ਹੈ ਸੀ ਪਰ ਫਿਰ ਵੀ ਉਹ ਸਤਿਗੁਰੂ ਜੀ ਦੇ ਕੋਲੋਂ ਸੁਣਨਾ ਚਾਹੁੰਦੇ ਸੀ। ਇਸ ਸਾਖੀ ਦਾ ਜਿਹੜਾ ਇਤਿਹਾਸਿਕ ਪੱਖ ਆ ਜਾਂ ਮਹੱਤਵ ਆ ਉਹ ਸੰਗਤਾਂ ਨੂੰ ਦਰਸਾਓ ਕਿ ਇਸ ਸਾਖੀ ਦੇ ਵਿੱਚ ਉਹਨੇ ਸਤਿਗੁਰੂ ਜੀ ਨੇ ਉਹਨਾਂ ਨੂੰ ਕੀ ਸਮਝਾਉਣੀ ਕੀਤੀ। ਇਹ ਬੜੀ ਮਸ਼ਹੂਰ ਸਾਖੀ ਆ ਜੀ। ਇਹਦੇ ਨਾਲ ਕਵੀਆਂ ਦੇ ਬੋਲ ਵੀ ਆ, ਇਤਿਹਾਸ ਦੇ ਬੋਲ ਵੀ ਜੁੜੇ ਹੋਏ ਆ ਜੀ। ਇਹਦਾ ਇਤਿਹਾਸਕ ਪੱਖ ਤੁਸੀਂ ਕਿ ਸਾਂਝਾ ਕਰੋ। ਮੈਂ ਬਿਲਕੁਲ ਜਿੱਦਾਂ ਇਤਿਹਾਸ ਦੇ ਵਿੱਚ ਕਵੀਆਂ ਦੀ ਗੱਲ 'ਚ ਥੋੜਾ ਬਲਬਲਾ ਜਜ਼ਬਾਤ ਜ਼ਿਆਦਾ ਹੁੰਦਾ। ਜੀ ਜੀ। ਇਤਿਹਾਸ ਨੇ ਤੱਥ ਨੂੰ ਨਾਲ ਲੈ ਕੇ ਤੁਰਨਾ ਹੁੰਦਾ। ਸੋ ਇਤਿਹਾਸਕ ਪੱਖ ਤੋਂ ਇਹਦੀ ਗੱਲ ਕਰਦੇ ਹਾਂ ਜੀ। ਜਦੋਂ ਸਤਿਗੁਰੂ ਜੀ ਦਮਦਮਾ ਸਾਹਿਬ ਟਿਕ ਗਿਆ, ਹਾਂਜੀ, ਤੇ ਵੱਡੇ ਵੱਡੇ ਦੀਵਾਨ ਲੱਗਣੇ ਸ਼ੁਰੂ ਹੋਏ ਜੀ ਜੀ, ਤੇ ਸਾਰੇ ਦੇਸ਼ ਦੇ ਵਿੱਚ ਖਬਰ ਫੈਲ ਗਈ ਇਸ ਗੱਲ ਦੀ। ਹਾਂਜੀ। ਹੁਣ ਇੱਕ ਥਾਂ ਤੇ ਆ ਅੱਗੇ ਲੱਖੀ ਜੰਗਲ 'ਚ ਪਤਾ ਨਹੀਂ ਇੱਕ ਪਿੰਡ ਤੋਂ ਦੂਜੇ ਪਿੰਡ, ਤੀਜੇ ਪਿੰਡ, ਚੌਥੇ ਪਿੰਡ ਬੇਸ਼ੱਕ ਸਤਿਗੁਰੂ ਲਾ ਰਹੇ ਸੀ ਪਰ ਪਤਾ ਨਹੀਂ ਸੀ ਸਤਿਗੁਰੂ ਜੰਗਲ ਦੇ ਕਿਹੜੇ ਇਲਾਕੇ 'ਚ ਕਿੱਥੇ ਆ ਹਾਂਜੀ ਪਤਾ। ਜੀ ਜੀ। ਜਦੋਂ ਹੁਣ ਲੰਮਾ ਟਾਈਮ ਇੱਕ ਥਾਂ ਤੇ ਬੈਠ ਗਿਆ ਆ, ਹਾਂਜੀ, ਡੱਲੇ ਦੇ ਕੋਲ ਬੈਠ ਗਿਆ, ਤਲਵੰਡੀ ਸਾਬੋ ਬੈਠ ਗਿਆ ਤੇ ਇਹ ਧੁੰਮ ਗਿਆ ਸਾਰੇ ਬੰਨੇ ਕਿ ਸਤਿਗੁਰੂ ਨੇ ਆਨੰਦਪੁਰ ਸਾਹਿਬ ਵਰਗਾ ਨਗਰ ਇੱਕ ਤਲਵੰਡੀ ਸਾਬੋ 'ਚ ਵੀ ਵਸਾਤਾ ਹੈ। ਜੀ। ਪੂਰਾ ਮਕਾਮ ਕਰ ਲਿਆ ਉੱਥੇ ਔਰ ਦੀਵਾਨ ਲੱਗਣੇ ਸ਼ੁਰੂ ਹੋਏ ਆ। ਮਾਲਵੇ ਦੀ ਸੰਗਤ ਨੇ ਤਾਂ ਆਉਣਾ ਹੀ ਆ, ਦੂਰ ਦਰਾਡੇ ਪਿੰਡਾਂ ਤੋਂ ਸੰਗਤ ਆ ਰਹੀ ਆ। ਉਹਦਾ ਆਪਾਂ ਕਿਤੇ ਜ਼ਿਕਰ ਗਾਂਝਾ ਕਰਾਂਗੇ, ਬੜੀਆਂ ਸਾਖੀਆਂ ਉਹਦੀਆਂ ਵੀ ਹੈਗੀਆਂ। ਜੀ। ਤੁਸੀਂ ਪਹਿਲਾਂ ਗੱਲ ਕਰ ਲਈ, ਪਹਿਲਾਂ ਇਹ ਗੱਲ ਕਰ ਲੈਂਦੇ। ਸੋ ਦੂਰ ਦਰਾਡੇ ਖਬਰਾਂ ਪਹੁੰਚੀਆਂ, ਮਾਝੇ 'ਚ ਵੀ ਪਹੁੰਚੀਆਂ, ਲਾਹੌਰ ਵੀ ਪਹੁੰਚੀਆਂ, ਅੰਮ੍ਰਿਤਸਰ ਵੀ ਪਹੁੰਚੀਆਂ, ਹਾਂਜੀ, ਪਸ਼ਾਵਰ ਤੱਕ ਪਹੁੰਚੀਆਂ। ਜੀ। ਸਾਂਦਲ ਕੀ ਬਾਰ, ਪੋਟੋਹਾਰ, ਗੰਜੀ ਬਾਰ, ਇਹਨਾਂ ਸਾਰਿਆਂ ਇਲਾਕਿਆਂ ਵਿੱਚ, ਨੀਲੀ ਬਾਰ, ਇਹਨਾਂ ਸਾਰੇ ਇਲਾਕਿਆਂ 'ਚ ਪਹੁੰਚੀਆਂ। ਗੁਰੂ ਦੀ ਸਿੱਖੀ ਸੇਵਕੀ ਸੀ ਇੱਥੇ। ਜੀ ਜੀ ਜੀ। ਤੇ ਖਬਰ ਘੁੰਮਦੀ ਮਾਲਵੇ ਤੋਂ, ਕੈਥਲ, ਜੀਂਦ, ਇਧਰਲੇ ਇਲਾਕਿਆਂ ਤੋਂ ਹੁੰਦੀ ਹੋਈ ਇਹ ਖਬਰ ਦਿੱਲੀ ਵੀ ਪਹੁੰਚ ਗਈ। ਜੀ। ਹੁਣ ਦਿੱਲੀ ਮਤਾਵਾਂ ਬੈਠੀਆਂ ਹਾਂਜੀ, ਵੀ ਗੁਰੂ ਕੇ ਸਿੱਖਾਂ ਦੇ ਪਰਿਵਾਰਾਂ 'ਚ ਭਾਈ ਲੱਖੀ ਸ਼ਾਹ ਬੰਜਾਰੇ ਦਾ ਪਰਿਵਾਰ ਆ, ਜੀ, ਵੱਡਾ ਪਰਿਵਾਰ ਆ, ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਦੀ ਸੀਸ ਦਾ ਸੰਸਕਾਰ ਕੀਤਾ ਹੈ। ਗੁਰੂ ਦਾ ਇਤਬਾਰਯੋਗ ਪਰਿਵਾਰ ਆ। ਸਤਿਗੁਰੂ ਨੇ ਦੇ ਪਰਿਵਾਰ ਨੂੰ ਭੇਜਿਆ ਵੀ ਉੱਥੇ ਸੀਗਾ। ਜੀ। ਔਰ ਗੁਰੂ ਕੀ ਧਰਮਸ਼ਾਲਾ ਵੀ ਦਿੱਲੀ ਦੇ ਵਿੱਚ ਹੈਗੀ ਆ, ਜਿਹਨੂੰ ਕਲਿਆਣ ਆਸ਼ਰਮ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ। ਜੀ। ਇਹ ਬਖਸ਼ਿਸ਼ਾਂ ਗੁਰੂ ਨੇ ਕੀਤੀਆਂ ਹੋਈਆਂ ਸੀ। ਆਪ ਗੁਰੂ ਤੇਗ ਬਹਾਦਰ ਵੀ ਉੱਥੇ ਰੁਕੇ ਸਨ ਕਿਸੇ ਟਾਈਮ 'ਚ ਆਖਿਆ ਜਾਂਦਾ ਗੁਰੂ ਨਾਨਕ ਸਾਹਿਬ ਵੀ ਉੱਥੇ ਗਏ ਸਨ। ਸੋ ਕਿਸੇ ਟਾਈਮ 'ਚ ਆਖਿਆ ਜਾਂਦਾ ਕਿ ਗੁਰੂ ਹਰਗੋਬਿੰਦ ਸਾਹਿਬ ਵੀ ਉੱਥੇ ਗਏ ਸਨ। ਜੀ। ਸੋ ਇਹ ਅਸਥਾਨ ਸੀ ਜਿੱਥੇ ਕੋਈ ਪਰਿਵਾਰ ਰਿਹਾ ਵੀ ਸੀਗਾ। ਪਰ ਲੱਖੀ ਸ਼ਾਹ ਬੰਜਾਰਾ ਹਾਂਜੀ ਤੇ ਉਹਦਾ ਪੁੱਤਰ ਭਾਈ ਨਗਾਈਆ ਜੀ, ਉਹਨਾਂ ਦੀ ਦੇਖ ਰੇਖ ਦੇ ਵਿੱਚ, ਉਹ ਵੱਡਾ ਟਾਂਡਾ ਸੀ, ਵੱਡੇ ਸਰਮਾਏਦਾਰ ਸਨ। ਜੀ। ਜਿਹੜੇ ਵੱਡੇ ਟਾਂਡੇ ਵਾਲੇ ਵੱਡੇ ਵਪਾਰੀ ਸੀ, ਉਹਨਾਂ ਨੇ ਆਪਣੇ ਨਾਲ ਲੋਹ ਬਾਣੇ ਵਾਲੇ ਸਿੰਘ ਵੀ ਰੱਖਦੇ ਹੁੰਦੇ। ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ, ਮੈਂ ਵਿਸਥਾਰ 'ਚ ਨਾ ਜਾਵਾਂ। ਹਥਿਆਰਬੰਦ ਸਿੰਘ ਰੱਖਦੇ ਹੁੰਦੇ ਸੀ, ਲੜਨ ਮਰਨ ਨੂੰ ਤਿਆਰ ਨਹੀਂ ਸੀ ਕਿਉਂਕਿ ਵਪਾਰੀ ਤਬਕਾ ਸੀ। ਇਹਨਾਂ ਦੇ ਸਿਰ ਤੇ ਸਾਰਾ ਵਪਾਰ ਚੱਲਦਾ ਸੀ। ਜਿੱਦਾਂ ਅੱਜ ਵਪਾਰੀਆਂ ਨੂੰ ਸਰਕਾਰ ਸਹੂਲਤਾਂ ਦਿੰਦੀ ਹੈ, ਹਾਂਜੀ, ਅਡਾਨੀ ਅੰਬਾਨੀ ਵਰਗਿਆਂ ਨੂੰ ਸਹੂਲਤਾਂ ਮਿਲਦੀਆਂ, ਇੱਥੇ ਮਿਲਦੀਆਂ ਆ। ਉਹਨਾਂ ਵਪਾਰੀਆਂ ਦੇ ਸਿਰ ਤੇ ਅਸਲ ਸਰਕਾਰਾਂ ਚੱਲਦੀਆਂ ਨਾ ਸਾਰੀਆਂ। ਟੈਕਸ ਉਹਨਾਂ ਦੇਣਾ ਹੁੰਦਾ ਵੱਡੇ ਵਪਾਰੀਆਂ ਨੇ। ਉਹਨਾਂ ਦੇ ਨਾਲ ਹੀ ਉਹਨਾਂ ਦਿਨਾਂ ਦੇ ਵਿੱਚ ਵੀ ਇੱਦਾਂ ਸੀਗਾ
ਵੱਡੇ ਵਪਾਰੀਆਂ ਨੇ ਫੌਜਾਂ ਨੂੰ ਵੀ ਰਾਸ਼ਨ ਪਹੁੰਚਾਉਣਾ ਹੁੰਦਾ ਤੇ ਲੱਖੀ ਸ਼ਾਹ ਮਨਸਾਰਾ ਬਹੁਤ ਵੱਡਾ ਵਪਾਰੀ ਸੀ, ਫੌਜ ਨੂੰ ਰਾਸ਼ਨ ਸਪਲਾਈ ਹੁੰਦਾ ਸੀਗਾ। ਇਹ ਟਰਾਂਸਪੋਰਟ ਦਾ ਉਹਨਾਂ ਦਿਨਾਂ 'ਚ ਸਭ ਤੋਂ ਵੱਡਾ ਸਾਧਨ ਗੱਡਾ ਹੁੰਦਾ ਸੀਗਾ। ਹਾਂਜੀ, ਗੱਡੇ ਸਪਲਾਈ ਹੁੰਦੇ ਸੀ, ਰੱਥ ਸਪਲਾਈ ਹੁੰਦੇ ਸੀ, ਘੋੜੇ ਸਪਲਾਈ ਹੁੰਦੇ ਸੀ। ਇਹ ਸਾਰਾ ਕੁਝ ਲੋਕਾਂ ਦਾ ਸਮਾਨ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਦੇ ਲਈ ਵੀ, ਜਿਨਸ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਣ ਲਈ ਹਜ਼ਾਰਾਂ ਗੱਡਿਆਂ ਦੇ ਕਾਫਲੇ ਤੁਰਦੇ ਹੁੰਦੇ ਇਕੱਠੇ। ਸੋ ਇਸ ਪਰਿਵਾਰ ਦੇ ਕੋਲ ਅਟਕੇ ਹੋਏ ਸੀ। ਹਾਂਜੀ, ਜਿਹੜਾ ਪਰਿਵਾਰ ਦੀ ਸਰਕਾਰੀ ਦਰਬਾਰੇ ਵੀ ਗੱਲ ਚੱਲਦੀ ਸੀ, ਪਰ ਉਹਨਾਂ ਦੀ ਪਹਿਲ ਜਿਹੜੀ ਸੀਗੀ ਸਿਦਕ ਤੇ ਸਬਰ ਤੇ ਪਹਿਲੀ ਵਫਾਦਾਰੀ ਗੁਰੂ ਘਰ ਦੇ ਨਾਲ ਸੀ ਔਰ ਖਾਨਦਾਨੀ ਤੌਰ ਤੇ ਸੀ। ਖਾਨਦਾਨੀ ਤੌਰ ਤੇ ਇਦਾਂ ਕਿ ਭਾਈ ਲੱਖੀ ਸ਼ਾਹ ਵਣਜਾਰੇ ਦੀ ਜਿਹੜੀ ਬੇਟੀ ਸੀਤੋ ਸੀਗੀ, ਹਾਂਜੀ, ਉਹਦਾ ਆਨੰਦ ਕਾਰਜ ਵੀ ਗੁਰੂ ਤੇਗ ਬਹਾਦਰ ਨੇ ਭਾਈ ਮਨੀ ਸਿੰਘ ਨਾਲ ਕਰਾਇਆ ਸੀ। ਜੀ ਜੀ, ਸੋ ਐਡੀ ਵੱਡੀ ਇਹਸਾਨ ਸੀਗੀ। ਤੇ ਗੁਰੂ ਹਰਗੋਬਿੰਦ ਸਾਹਿਬ ਤੇ ਇਹਨਾਂ ਪਰਿਵਾਰਾਂ ਉੱਤੇ ਬਖਸ਼ਿਸ਼ਾਂ ਤਖਤੂਮਲ ਤੋਂ ਲੈ ਕੇ ਖਾਨਦਾਨੀ ਤੌਰ ਤੇ ਤਖਤੂਮਲ ਦਾ ਪਰਿਵਾਰ ਸੀ ਸਾਰਾ। ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਤਖਤੂਮਲ ਸ਼ਹਾਦਤ ਨੂੰ ਪਾ ਕੇ ਗਿਆ ਸੀਗਾ। ਸੋ ਤਖਤੂਮਲ ਤੋਂ ਲੈ ਕੇ ਇਹ ਬਖਸ਼ਿਸ਼ਾਂ ਇਸ ਪਰਿਵਾਰ ਦੇ ਉੱਤੇ ਬਣੀਆਂ ਸੀਗੀਆਂ ਜੀ, ਗੁਰੂ ਜੀ। ਹਰਗੋਬਿੰਦ ਸਾਹਿਬ ਦੇ ਵੇਲੇ ਤੋਂ ਲੈ ਕੇ। ਔਰ ਭਾਈ ਮਨੀ ਸਿੰਘ ਦੇ ਪਰਿਵਾਰ ਉੱਤੇ ਵੀ ਗੁਰੂ ਹਰਗੋਬਿੰਦ ਸਾਹਿਬ ਵੇਲੇ ਸ਼ਹਾਦਤਾਂ ਹੋਈਆਂ ਸੀ, ਉਹ ਤੋਂ ਬਖਸ਼ਿਸ਼ਾਂ ਚੱਲ ਰਹੀਆਂ ਸਨ। ਭਾਈ ਮਨੀ ਸਿੰਘ ਇਸ ਪਰਿਵਾਰ ਦਾ ਇਹ ਪ੍ਰਾਹੁਣਾ ਸੀ। ਅੱਜ ਦੇ ਸ਼ਬਦਾਂ 'ਚ ਆਪਾਂ ਜੇ ਸ਼ਬਦ ਵਰਤਦੇ ਹੁਣ, ਭਾਈ ਲੱਖੀ ਸ਼ਾਹ ਵਣਜਾਰੇ ਦੀ ਪੁੱਤਰੀ ਬੀਬੀ ਸੀਤੋ ਜਿਹੜੀ ਸੀ ਭਾਈ ਮਨੀ ਸਿੰਘ ਨੂੰ ਵਿਆਹੀ ਹੋਈ ਸੀ, ਤੇ ਭਾਈ ਮਨੀ ਸਿੰਘ ਨਾਲ ਸੀ। ਇਸੇ ਕਰਕੇ ਅਨੰਦਪੁਰ ਤੋਂ ਲੈ ਕੇ ਗਿਆ ਭਾਈ ਜਵਾਹਰ ਸਿੰਘ, ਭਾਈ ਮਨੀ ਸਿੰਘ। ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਮਾਮਾ ਜੀ, ਮਾਮਾ ਕਿਰਪਾਲ ਚੰਦ ਜੀ, ਅੰਮ੍ਰਿਤ ਛਕ ਕੇ ਕਿਰਪਾਲ ਸਿੰਘ ਬਣ ਗਿਆ। ਮੈਂ ਕਿਰਪਾਲ ਸਿੰਘ ਹੀ ਸ਼ਬਦ ਵਰਤਿਆ ਕਿਉਂਕਿ ਅੰਮ੍ਰਿਤ ਛਕ ਕੇ ਉਹ ਇਤਿਹਾਸ 'ਚ ਮਸ਼ਹੂਰ ਕਿਰਪਾਲ ਚੰਦ ਆ, ਪਰ ਅੰਮ੍ਰਿਤ ਛਕ ਕੇ ਕਿਰਪਾਲ ਸਿੰਘ ਵਰਤ ਗਿਆ ਸੀ। ਮੈਂ ਉਹਨਾਂ ਲਈ ਕਿਰਪਾਲ ਸਿੰਘ ਹੀ ਵਰਤਿਆ। ਏਦਾਂ ਮਾਤਾ ਸਾਹਿਬ ਕੌਰ ਦੇ ਜਿਹੜੇ ਭਰਾ ਸੀ ਸਾਹਿਬ ਚੰਦ, ਹਾਂਜੀ, ਉਹ ਵੀ ਜਦੋਂ ਮਾਤਾ ਸਾਹਿਬ ਕੌਰ ਗੁਰੂ ਘਰ ਆ ਗਈ ਹਾਂਜੀ, ਤੇ ਉਹ ਸਾਹਿਬ ਚੰਦ ਵੀ ਆ ਕੇ ਗੁਰੂ ਘਰ ਹੀ ਰਹੇ, ਪਰ ਉਹਨਾਂ ਵੀ ਅੰਮ੍ਰਿਤ ਛਕਿਆ ਬਾਅਦ ਦੇ ਵਿੱਚ ਤੇ ਉਹ ਸਾਹਿਬ ਚੰਦ ਤੋਂ ਸਾਹਿਬ ਸਿੰਘ ਬਣ ਗਿਆ। ਸੋ ਇਹ ਨਾਲ ਸਨ ਉੱਥੇ ਦਿੱਲੀ ਦੇ ਵਿੱਚ ਘਰ ਦੇ ਜੀ, ਮਾਮਾ ਕਿਰਪਾਲ ਚੰਦ ਜੀ, ਕਿਰਪਾਲ ਸਿੰਘ ਜੀ, ਜੀ ਜੀ, ਸਾਹਿਬ ਚੰਦ ਸਾਹਿਬ ਸਿੰਘ ਜੀ ਜਿਹੜੇ ਸਾਹਿਬ ਕੌਰ ਦੇ ਭਰਾ ਸੀ, ਤੇ ਸਾਹਿਬ ਮਾਤਾ ਗੁਜਰੀ ਦੇ ਭਰਾ ਜਿਹੜੇ ਸੀ ਘਰ ਦੇ ਵੱਡਕੇ ਦੇ ਤੌਰ ਤੇ ਉਹ ਵੀ ਨਾਲ ਸੀ। ਭਾਈ ਮਨੀ ਸਿੰਘ ਨਾਲ ਸੀ, ਭਾਈ ਜਵਾਹਰ ਸਿੰਘ ਨਾਲ ਸੀ, ਭਾਈ ਧੰਨਾ ਸਿੰਘ ਨਾਲ ਸੀ। ਦਿੱਲੀ ਵਾਲੇ ਭਾਈ ਧੰਨਾ ਸਿੰਘ ਦੋ ਤਿੰਨ ਹੋਏ, ਭਾਈ ਜਵਾਹਰ ਸਿੰਘ ਦੋ ਤਿੰਨ ਹੋਏ, ਭਾਈ ਜਵਾਹਰ ਸਿੰਘ ਦਿੱਲੀ ਵਾਲੇ, ਤੇ ਭਾਈ ਨਗਾਈਆ ਸਿੰਘ ਦੀ ਇੱਕ ਤਰ੍ਹਾਂ ਦੀ ਸਾਰੀ ਜਿਹੜੀ ਸੀ ਇਹਨਾਂ ਸਾਰਾ ਪ੍ਰਬੰਧ ਸੀਗਾ ਉੱਥੇ ਦਿੱਲੀ ਦੇ ਵਿੱਚ। ਠੀਕ। ਸੋ ਜਦੋਂ ਉਹਨਾਂ ਨੂੰ ਖਬਰ ਪਹੁੰਚੀ ਤੇ ਮਾਤਾਵਾਂ ਨੇ ਫਿਰ ਆਖਿਆ ਵੀ ਆਪਾਂ ਹੁਣ ਜਾਣਾ ਹੈ। ਹਾਂਜੀ, ਪਰ ਦਿੱਲੀ ਦੇ ਵਿੱਚ ਇਹ ਗੁਪਤ ਬੈਠੇ ਆ। ਹਾਂਜੀ, ਹਾਂਜੀ, ਇਹ ਤਾਂ ਦਿੱਲੀ ਦੀ ਹਕੂਮਤ ਨੂੰ ਨਹੀਂ ਪਤਾ ਕਿ ਗੁਰੂ ਦਾ ਪਰਿਵਾਰ ਇੱਥੇ ਆ ਕੇ ਬੈਠਾ ਆ। ਹਾਂਜੀ, ਔਰ ਸਤਿਗੁਰ ਨੇ ਵਿਉਂਤ ਜਾਣਬੁੱਝ ਕੇ ਬਣਾਈ ਸੀਗੀ। ਜੀ, ਸਤਿਗੁਰ ਨੂੰ ਪਤਾ ਸੀ ਕਿ ਜਦੋਂ ਅਸੀਂ ਆਨੰਦਪੁਰ ਤੋਂ ਬਾਹਰ ਨਿਕਲਣਾ, ਪੰਜਾਬ ਦਾ ਪਿੰਡ ਇਹਨਾਂ ਨੇ ਗੁਰੂ ਦੇ ਪਰਿਵਾਰ ਨੂੰ ਲੱਭਣ ਲਈ ਛਾਣ ਮਾਰਨਾ। ਜੀ, ਤੇ ਸਤਿਗੁਰ ਦੀ ਇਹ ਵਿਉਂਤ ਸੀਗੀ ਕਿ ਜਿਹੜੇ ਪਰਿਵਾਰ ਦੀਆਂ ਔਰਤਾਂ ਆ, ਹਾਂਜੀ, ਉਹਨਾਂ ਨੂੰ ਪੰਜਾਬ ਤੋਂ ਬਾਹਰ ਕੱਢ ਦਿਓ, ਦਿੱਲੀ ਕਰਤਾ ਜਾਵੇ। ਹਕੂਮਤ ਸੋਚੇ ਹੀ ਨਾ ਦਿੱਲੀ ਦੀ ਹਕੂਮਤ ਕਿ ਅਸੀਂ ਦਿੱਲੀ ਤੋਂ ਹਮਲਾ ਕਰਕੇ ਆਨੰਦਪੁਰ ਜਾਣੇ ਤੇ ਗੁਰੂ ਸਾਹਿਬ ਦਾ ਪਰਿਵਾਰ ਦਿੱਲੀ 'ਚ ਬੈਠਾ। ਇੱਕ ਤਰੀਕਾ ਹੁੰਦਾ, ਇਹ ਜਿਹੜੇ ਇਨਕਲਾਬੀ ਲੋਕ ਆ ਜਿਨ੍ਹਾਂ ਨੇ ਜੰਗਾਂ ਲੜਨੀਆਂ ਹੁੰਦੀਆਂ, ਉਹਨਾਂ ਦੀ ਇਹ ਆਪਣੀ ਉਹ ਕੰਮ ਕਰੋ ਜਿੱਥੇ ਸਰਕਾਰਾਂ ਸੋਚ ਹੀ ਨਹੀਂ ਸਕਦੀਆਂ। ਸੋ ਪਰਿਵਾਰ ਉੱਥੇ ਜਾ ਕੇ ਬੈਠੇ ਸੀਗੇ, ਔਰ ਬੈਠੇ ਸੀਗੇ ਸਰਕਾਰੀ ਜਿਹੜੇ ਠੇਕੇਦਾਰ ਸੀ ਉਹਨਾਂ ਦੇ ਕੋਲ ਜਾ ਕੇ ਬੈਠੇ ਸੀ, ਜਿੱਥੇ ਸ਼ੱਕ ਕਰਨਾ ਵੀ ਮੁਸ਼ਕਲ ਸੀਗਾ। ਖੈਰ ਮਾਤਾਵਾਂ ਨੇ ਕਿਹਾ ਕਿ ਅਸੀਂ ਹੁਣ ਸਤਿਗੁਰੂ ਜਦੋਂ ਦਮਦਮਾ ਸਾਹਿਬ ਆ ਗਏ ਆ, ਹੋਰ ਵੀ ਖਬਰਾਂ ਪਹੁੰਚਦੀਆਂ ਹੋਣਗੀਆਂ। ਨਗਾਈਆ ਸ਼ਾਹ ਸਤਿਗੁਰੂ ਨੂੰ ਮਿਲ ਕੇ ਗਿਆ ਸੀਗਾ। ਨਗਾਈਆ ਸਿੰਘ ਸਤਿਗੁਰੂ ਨੂੰ ਘੋੜਾ ਦੇ ਕੇ ਗਿਆ ਸੀ। ਉਹ ਵੀ ਕਹਿੰਦੇ ਵੀ ਅਚਨਚੇਤੀ ਮੇਲ ਨਹੀਂ ਸੀ, ਸਾਡੇ ਇਤਿਹਾਸ ਨੇ ਕਿਹਾ ਅਚਨਚੇਤੀ ਮੇਲ ਆ, ਪਰ ਅਚਨਚੇਤੀ ਮੇਲ ਲੋਕਾਂ ਨੂੰ ਲੱਗਦਾ ਇਤਿਹਾਸ ਨੇ ਉਦਾਂ ਲਿਖਤਾ। ਉਹ ਨਗਾਈਆ ਸਿੰਘ ਜਿਹਦੇ ਕੋਲ ਗੁਰੂ ਦਾ ਪਰਿਵਾਰ ਠਹਿਰਿਆ ਹੋਵੇ, ਉਹ ਨਗਾਈਆ ਸਿੰਘ ਜਿਹੜਾ ਭਾਈ ਮਨੀ ਸਿੰਘ ਦਾ ਸਖਾ ਸਾਲਾ ਹੋਵੇ, ਇਹ ਭਰਾ ਕਰਕੇ ਲਿਖਿਆ ਸਾਡੇ ਇਤਿਹਾਸ ਦੇ ਭਾਈ ਮਨੀ ਸਿੰਘ ਦਾ ਭਰਾ ਕਰਕੇ ਲਿਖਿਆ ਆ, ਪਰ ਹੈ ਰਿਸ਼ਤੇਦਾਰੀ ਪਤਨੀ ਦਾ ਭਰਾ ਹੀ ਹੁੰਦਾ। ਰਿਸ਼ਤੇ ਲਿਖਣ 'ਚ ਆਪਾਂ ਸਾਲਾ ਸ਼ਬਦ ਨਹੀਂ ਛੇਤੀ ਕੀਤੇ ਲਿਖਦੇ, ਉਹ ਇਤਿਹਾਸ 'ਚ ਇਸੇ ਕਰਕੇ ਭਰਾ ਸ਼ਬਦ ਵਰਤਿਆ। ਪਰ ਭਾਈ ਨਗਾਈਆ ਸਿੰਘ ਜੀ ਭਾਈ ਮਨੀ ਸਿੰਘ ਦੀ ਪਤਨੀ ਦੇ ਭਰਾ ਸੀਗੇ, ਭਾਈ ਲੱਖੀ ਸ਼ਾਹ ਵਣਜਾਰੇ ਦੇ ਪੁੱਤਰ ਸੀਗੇ। ਜੀ ਜੀ। ਉਹ ਜਦੋਂ ਘੋੜੇ ਲੈ ਕੇ ਆਇਆ ਤੇ ਉਹ ਗਿਣਮਿਥ ਕੇ ਆਇਆ ਵੀ ਸਤਿਗੁਰੂ ਚਮਕੌਰ ਤੋਂ ਨਿਕਲੇ ਇੱਧਰ ਨੂੰ ਗਿਆ ਤੇ ਆਲਮਗੀਰ ਆ ਕੇ ਉਹਨੇ ਘੋੜੇ ਦਿੱਤੇ ਲੈ ਕੇ। ਹਾਂਜੀ। ਗਿਣਮਿਥ ਕੇ ਆਇਆ, ਸੁਖ ਸੰਦ ਲੈ ਕੇ ਬਾਅਦ ਵਿੱਚ ਉਹ ਦਿੱਲੀ ਵੀ ਪਹੁੰਚਿਆ ਹੋਵੇਗਾ। ਉਹਨਾਂ ਦੀ ਰਿਸ਼ਤੇਦਾਰੀ ਇਸ ਇਲਾਕੇ 'ਚ ਹੈਗੀ ਸੀ, ਉੱਥੇ ਵੀ ਛਾਪੇ ਪਏ ਸੀ ਬਾਅਦ 'ਚ, ਪਰ ਉਹ ਦਿੱਲੀ ਵੀ ਪਹੁੰਚਿਆ ਹੋਵੇਗਾ। ਪਰਿਵਾਰ ਨੂੰ ਪਤਾ ਹੋਵੇਗਾ ਸ਼ਹਾਦਤਾਂ ਹੋਣ ਦਾ ਵੀ ਇਦਾਂ ਦੀ ਗੱਲ ਨਹੀਂ। ਸੋ ਮਾਤਾਵਾਂ ਨੇ ਸਾਡੇ ਇਤਿਹਾਸਕਾਰਾਂ ਨੇ ਇਦਾਂ ਪੇਸ਼ ਕੀਤਾ ਆ ਵੀ ਦਮਦਮਾ ਸਾਹਿਬ ਪਹੁੰਚਣ ਤੱਕ ਮਾਤਾਵਾਂ ਨੂੰ ਪਤਾ ਹੀ ਨਹੀਂ ਸੀ ਕਿ ਸਾਹਿਬਜ਼ਾਦੇ ਸ਼ਹੀਦ ਹੋ ਗਿਆ ਜਾਂ ਮਾਤਾ ਗੁਜਰੀ ਸ਼ਹੀਦ ਹੋ ਗਿਆ। ਪਰ ਚਮਕੌਰ ਦੇ ਵਿੱਚ ਇਹ ਨਹੀਂ ਹੋ ਸਕਦਾ ਕਦੀ ਵੀ ਭਾਈ ਮਨੀ ਸਿੰਘ ਦਾ ਪਰਿਵਾਰ ਸ਼ਹੀਦ ਹੋਇਆ, ਭਾਈ ਮਨੀ ਸਿੰਘ ਨਾਲ ਆ, ਉਹ ਸਾਰਾ ਉਹਨਾਂ ਨੂੰ ਖਬਰ ਹੋਏਗੀ। ਔਰ ਸਤਿਗੁਰੂ ਦਾ ਜਿਹੜਾ ਆਪਣਾ ਤੰਤਰ ਇੰਨਾ ਮਜ਼ਬੂਤ ਸੀਗਾ ਕਿ ਜਿਹੜੀ ਖਬਰ ਜਿੱਥੇ ਪਹੁੰਚਾਈ ਜਾ ਸਕਦੀ, ਗੁਰੂ ਕੇ ਸਿੱਖਾਂ ਦੀ ਖਬਰਾਂ ਇੱਕ ਦੂਜੇ ਤੋਂ ਪਹੁੰਚਦੀਆਂ ਸੀਗੀਆਂ। ਸੋ ਉਹਨਾਂ ਨੇ ਕਿਹਾ ਵੀ ਅਸੀਂ ਹੁਣ ਦਰਸ਼ਨ ਕਰਨੇ ਸਤਿਗੁਰੂ ਦੇ ਜਾਣਾ ਆ, ਮਾਤਾਵਾਂ ਨੇ ਕਿਹਾ ਅਕਸਰ। ਤੇ ਇਹ ਉੱਥੋਂ ਫਿਰ
ਤੁਰਨਾ ਕਿੱਦਾਂ ਹਾਂਜੀ ਆਉਣਾ ਕਿੱਦਾਂ ਆਉਣਾ ਖੂਹ ਦੇ ਉੱਤੇ ਯਾਨੀ ਕਿ ਇਦਾਂ ਤਾਂ ਜਥਾ ਬਣਾ ਕੇ ਤੁਰ ਨਹੀਂ ਸਕਦੇ ਹੈਗੇ ਹਾਂਜੀ ਪਤਾ ਲੱਗ ਪਰ ਸਕਦਾ ਉਹਨਾਂ ਨੂੰ ਇਕੱਲੇ ਤੇ ਇਕੱਲੇ ਵੀ ਨਹੀਂ ਤੋਰੇ ਜਾ ਤੁਰ ਸਕਦੇ ਸਕਦੇ, yeah. ਰਾਜ ਕਿਤੇ ਕਾਬੂ ਆ ਸਕਦੇ। ਸੋ ਉਹਦੇ ਲਈ ਵਿਉਂਤਬੰਦੀ ਇਹ ਕੀਤੀ ਗਈ ਹਾਂਜੀ ਕਿ ਨਗਾਈਆ ਸਿੰਘ ਦਾ ਜਿੱਦਾਂ ਵਪਾਰ ਦਾ ਟਾਂਡਾ ਚੱਲਦਾ ਸੀਗਾ, ਹਾਂਜੀ ਟਾਂਡਾ ਸ਼ਬਦ ਗੁਰਬਾਣੀ 'ਚ ਵੀ ਵਰਤਿਆ ਗਿਆ ਆ ਕਿ ਪੂਰੇ ਪਿੰਡ ਵਾਂਗੂ ਜਥੇ ਇਹਨਾਂ ਦੇ ਚੱਲਦੇ ਹੁੰਦੇ ਜੀ। ਸੀ, ਗੱਡਿਆਂ ਦੇ ਰੂਪ ਦੇ ਵਿੱਚ, ਘੋੜਿਆਂ ਦੇ ਰੂਪ ਦੇ ਵਿੱਚ ਸਮਾਨ ਲੱਦ ਕੇ ਜਿੱਦਾਂ ਵਪਾਰ ਦਾ ਚੱਲਦਾ ਹੁੰਦਾ, ਨਾਲ ਉਹਨਾਂ ਦੇ ਪਹਿਰੇਦਾਰ ਵੀ, ਜੀ ਹਥਿਆਰਬੰਦ ਵੀ, ਕੋਈ ਤੁਹਾਡੀ ਸਮਾਨ ਰਸਤ ਕੋਈ ਲੁੱਟੇ ਨਾ। ਹਾਂਜੀ ਤੇ ਉਹ ਸਰਕਾਰ ਦੀ ਵੀ ਨਾਲ ਇੱਕ ਤਰ੍ਹਾਂ ਦੀ ਸੁਰੱਖਿਆ ਹੁੰਦੀ ਸੀ ਉਹਨਾਂ ਦੇ ਨਾਲ, ਪਤਾ ਹੁੰਦਾ ਸੀ ਵੀ ਟਾਂਡਾ ਵੱਡਾ ਜਾ ਰਿਹਾ ਕਿਤੇ। ਜੀ ਜਿਹੜੇ ਪ੍ਰਵਾਨਿਤ ਠੇਕੇਦਾਰ ਹੁੰਦੇ ਸੀ, ਪ੍ਰਵਾਨਿਤ ਵਪਾਰੀ ਹੁੰਦੇ ਸੀ ਸਾਰੇ, ਇਹਨਾਂ ਦੇ ਦਬਦਬਾ ਇੱਕ ਤਰ੍ਹਾਂ ਸਰਕਾਰੀ ਦਰਬਾਰ ਹੁੰਦਾ ਸੀ। ਭਾਈ ਨਗਾਈਆ ਸਿੰਘ ਦੇ ਟਾਂਡੇ ਦੇ ਨਾਲ ਜੀ ਉਹਨਾਂ ਨੇ ਇੱਕ ਟਾਂਡਾ ਜੋੜਿਆ ਹਾਂਜੀ ਵਪਾਰ ਦੇ ਲਈ, ਗੱਡੇ ਕੁਝ ਜੋੜੇ, ਕੁਝ ਰੱਥ ਜੋੜੇ, ਕੁਝ ਘੋੜੇ ਜੋੜੇ, ਹਥਿਆਰਬੰਦ ਵੀ ਨਾਲ ਬੰਦੇ ਜੋੜੇ ਕਿ ਇਦਾਂ ਦੀ ਔਖੀ ਔਬਤ ਆ ਜਾਏ ਤੇ ਮੁਕਾਬਲਾ ਵੀ ਕੀਤਾ ਜਾ ਸਕੇ। ਹਾਂਜੀ ਤੇ ਦਿੱਲੀ ਤੋਂ ਟਾਂਡੇ ਦੇ ਰੂਪ 'ਚ ਚੱਲ ਕੇ ਮਾਲਵੇ ਦੀ ਧਰਤੀ ਤੇ ਦਮਦਮਾ ਸਾਹਿਬ, ਤਲਵੰਡੀ ਸਾਬੋ ਪੁੱਜੇ। ਪਹੁੰਚੇ ਹਾਂਜੀ ਇਹ ਸਾਡੀਆਂ ਸਾਖੀਆਂ 'ਚ ਬਹੁਤ ਘੱਟ ਜ਼ਿਕਰ ਕੀਤਾ ਜਾਂਦਾ, ਪਰ ਜਿਹੜੀ ਅਨੁਭਵ ਦੀ ਗੱਲ ਕਹਿ ਲਈਏ ਸਾਡੇ ਇਤਿਹਾਸ ਦੇ ਵਿੱਚ ਇਹਦਾ ਇਸ਼ਾਰਾ ਮਿਲਦਾ ਟਾਂਡੇ ਦੇ ਰੂਪ 'ਚ ਇਹ ਪਹੁੰਚੇ ਹੈਗੇ ਆ। ਹਾਂਜੀ ਸੋ ਜਦੋਂ ਇਹ ਇੱਥੇ ਇਹ ਪਹੁੰਚੇ, ਹੁਣ ਪਰਿਵਾਰ ਪਹੁੰਚੇ ਆ, ਮਾਤਾਵਾਂ ਜਿਹੜੀਆਂ ਪਹੁੰਚ ਗਈਆਂ ਤੇ ਤਕਰੀਬਨ ਸਰਸਾ ਨਦੀ ਤੇ ਵਿਛੋੜਾ ਹੋਇਆ ਸੀ ਅਨੰਦਪੁਰ ਛੱਡਣ ਵੇਲੇ। ਜੀ ਜੀ ਤੇ ਇੱਥੇ ਤੱਕ ਪਹੁੰਚਣ ਲਈ ਹੁਣ ਕਰੀਬ 1 ਸਾਲ ਦੇ ਸਮੇਂ ਬਾਅਦ, ਠੀਕ 11 ਮਹੀਨੇ ਕੁਝ ਦਿਨ ਵਕਫਾ ਕਹੇਗਾ, ਮੈਂ ਇਦਾਂ ਗੱਲ ਨਾ ਸਿੱਧੀ ਗੱਲ ਵੀ 1 ਸਾਲ ਦੇ ਵਕਫੇ ਦੇ ਬਾਅਦ ਗੁਰੂ ਸਾਹਿਬ ਦੇ ਮਾਤਾਵਾਂ ਨੂੰ ਦਰਸ਼ਨ ਹੋਏ। ਮਾਤਾ ਸੁੰਦਰ ਕੌਰ ਜੀ, ਜੀ ਮਾਤਾ ਸਾਹਿਬ ਕੌਰ ਜੀ ਔਰ ਮਾਮਾ ਕਿਰਪਾਲ ਸਿੰਘ ਜੀ, ਜੀ ਕਿਰਪਾਲ ਚੰਦ ਸ਼ਬਦ ਚੰਦ। ਪਹਿਲਾਂ ਵਰਤਿਆ ਜਾਂਦਾ ਸੀ, ਹਾਂਜੀ। ਔਰ ਸਾਹਿਬ ਸਿੰਘ ਜੀ, ਸਾਹਿਬ ਚੰਦ ਜਿਹੜੇ ਸੀਗੇ ਮਾਤਾ ਸਾਹਿਬ ਕੌਰ ਦੇ ਭਰਾ ਜਿਹੜੇ ਸੀਗੇ ਉਹ ਵੀ, ਇਹ ਸਾਰੇ, ਤੇ ਭਾਈ ਮਨੀ ਸਿੰਘ ਜੀ, ਭਾਈ ਜਵਾਹਰ ਸਿੰਘ ਜੀ, ਭਾਈ ਧੰਨਾ ਸਿੰਘ ਜੀ, ਇਹ ਸਾਰੇ ਜਿਹੜੇ ਸਤਿਗੁਰੂ ਦੇ ਦਰਸ਼ਨ ਕਰਨ ਲਈ ਦਿੱਲੀ ਤੋਂ ਆਏ। ਨਾਲ ਹੋਰ ਵੀ ਗੁਰਸਿੱਖ ਹੋਣਗੇ ਹਾਂਜੀ ਔਰ ਇੱਕ ਟਾਂਡੇ ਦੇ ਰੂਪ ਚ ਆਏ, ਦਿੱਲੀ ਦੀ ਸੰਗਤ ਦੇ ਰੂਪ ਚ ਨਾਲ ਆਈ ਆ। ਹਥਿਆਰਬੰਦ ਵੀ ਕੁਝ ਨਾਲ ਆਏ, ਵਪਾਰ ਦੇ ਤੌਰ ਤੇ ਟਾਂਡਾ ਕਿਤੇ ਗਾਂ ਲੰਘਿਆ ਜੀ ਜੀ ਤੇ ਇਹ ਇੱਥੇ ਮਾਤਾਵਾਂ ਇੱਥੇ ਅਟ ਤਲਵੰਡੀ। ਗਈਆਂ, ਸਤਿਗੁਰੂ ਦੇ ਕੋਲ ਤਲਵੰਡੀ ਸਾਬੋ ਜੀ ਅਟ ਗਈਆਂ। 1 ਸਾਲ ਬਾਅਦ ਜਾ ਕੇ ਦਰਸ਼ਨ ਹੋਏ ਆ। ਹਾਂਜੀ ਹੁਣ ਮਾਤਾਵਾਂ ਆ ਗਈਆਂ ਆ, ਸੰਗਤ ਦੇ ਵਿੱਚ ਬੈਠਦੀਆਂ ਵੀ ਆ, ਸੰਗਤ 'ਚ ਬੈਠੀਆਂ ਆ, ਪਰ ਉਹਨਾਂ ਨੂੰ ਅਨੰਦਪੁਰ ਵਾਲੇ ਜਿਹੜੇ ਮਰਜੀਵੜੇ ਸਿੰਘ ਸੀ ਉਹ ਨਜ਼ਰ ਨਹੀਂ ਆ ਰਿਹਾ। ਜੀ ਬਹੁਤ ਗੁਰੂ ਘਰ ਦੇ ਪਰਿਵਾਰ ਦੇ ਜਿਹੜੇ ਨੇੜੇ ਸਿੰਘ ਸੀਗੇ, ਇਹ ਭਾਈ ਬਚਿੱਤਰ ਸਿੰਘ ਹੋਏ, ਭਾਈ ਉਦੇ ਸਿੰਘ ਹੋਏ, ਭਾਈ ਜੀਵਨ ਸਿੰਘ ਰਗਰੇਟਾ ਹੋਏ, ਪਰਿਵਾਰ ਦੇ ਜੀਸ਼ ਇੱਕ ਤਰ੍ਹਾਂ ਦੇ ਇਹ ਭਾਈ ਸੰਤ ਸਿੰਘ ਛਾਬੜਾ ਜੀ ਹੋਏ, ਭਾਈ ਸੰਗਤ ਸਿੰਘ ਜੀ ਹੋਏ, ਇਹ ਜਿਹੜੇ ਸਾਰੇ ਸਿੰਘ ਸੀਗੇ, ਇਹ ਭਾਈ ਹਿੰਮਤ ਸਿੰਘ ਜੀ ਹੋਏ ਜਿਹੜੇ ਪੰਜਾਂ ਪੈਰਾਂ 'ਚੋਂ ਸੀਗੇ, ਇਹ ਭਾਈ ਮੋਹਕਮ ਸਿੰਘ ਜੀ ਹੋਏ, ਭਾਈ ਸਾਹਿਬ ਸਿੰਘ ਜੀ ਹੋਏ ਪੰਜਾਂ ਪੈਰਿਆਂ ਵਾਲੇ ਜਿਹੜੇ ਸੀਗੇ, ਔਰ ਪੰਡਿਤ ਕਿਰਪਾ ਰਾਮ ਦਾਤੀ ਜਿਹੜੇ ਬਾਅਦ 'ਚ ਪੰਡਿਤ ਕਿਰਪਾ ਸਿੰਘ ਬਣ ਗਿਆ ਸੀ, ਪਰਿਵਾਰ ਦੇ ਵਿੱਚ ਰਹੇ ਸੀ ਗੁਰੂ ਗੋਬਿੰਦ ਸਿੰਘ ਦੇ। ਇਹ ਇੱਕ ਤਰ੍ਹਾਂ ਦੇ ਬਚਪਨ ਤੋਂ ਲੈ ਕੇ ਖਿਡਾਵੇ ਦੇ ਤੌਰ ਤੇ ਵੀ ਨਾਲ ਸੀ। ਇਹ ਜਿਹੜੇ ਸਿੰਘ ਆ, ਸਨਮੁਖ ਸਿੰਘ ਦੱਤ ਵਗੈਰਾ ਜਿਹੜੇ ਆ, ਇਹ ਜਿਹੜੇ ਕਵੀ ਆ ਸਾਰੇ ਗੁਰੂ ਘਰ ਦੇ ਨੇੜੇ ਰਹਿਣ ਵਾਲੇ ਸੀ, ਚੰਦਰ ਰਾਓ ਵਰਗੇ ਵੀ, ਉਹ ਸਾਰਿਆਂ 'ਚ ਕੋਈ ਨਜ਼ਰ ਨਹੀਂ ਆਉਂਦਾ ਹੈਗਾ। ਗੁਰੂ ਘਰ ਦੇ ਜਿਹੜੇ ਬਹੁਤ ਨੇੜੇ ਰਹਿਣ ਵਾਲੇ ਸੀ, ਹਾਂਜੀ 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 ਸਾਹਿਬਜ਼ਾਦੇ ਦੀ ਨਜ਼ਰ ਆਉਂਦੇ ਹੈਗੇ ਹੁਣ। ਤੇ ਉਹ ਇੱਕ ਤਰ੍ਹਾਂ ਉਦਾਸੀ ਆਉਣੀ, ਵਿਰਾਗ ਆਉਣਾ ਕੁਦਰਤੀ ਪੈਂਦਾ। ਮਾਤਾ ਗੁਜਰੀ ਨਹੀਂ ਹੈਗੇ ਸਿਰ ਤੇ ਬੈਠੇ, ਹੁਣ ਅੱਗੇ ਪੈਰ ਤੇ ਉਹਨਾਂ ਦੀ ਅਗਵਾਈ ਹੁੰਦੀ ਸੀ ਮਾਤਾ ਗੁਜਰ ਕੌਰ ਦੀ, ਗੁਰੂ ਸਾਹਿਬ ਦੀ ਮਾਤਾ ਦੀ। ਜੀ ਸੋ ਉਦਾਸੀ ਆਉਂਦੀ ਆ, ਤੇ ਜਦੋਂ ਉਦਾਸੀ ਆਉਂਦੀ ਨਾ ਦੇਖ ਕੇ ਤੇ ਅੱਖਾਂ 'ਚੋਂ ਬਦੋ ਬਦੀ ਵਿਰਾਗ ਵੀ ਆਉਂਦਾ ਤੇ ਅੱਖਾਂ 'ਚੋਂ ਬਦੋ ਬਦੀ ਨੀਰ ਵੀ ਵਗਦਾ ਆ। ਜੀ ਕਹਿਣਾ ਬੜਾ ਸੌਖਾ ਆ ਕਿ ਰੱਬ ਦਾ ਭਾਣਾ ਮੰਨਣਾ ਚਾਹੀਦਾ, ਜੀ ਪਰ ਜਦੋਂ ਆਪਣੇ ਜਾਂਦੇ ਆ, ਪੁੱਤਰਾਂ ਦਾ ਪੁੱਤਰ ਜਾਂਦੇ, ਖਾਸ ਕਰਕੇ ਜਦੋਂ 4 ਪੁੱਤਰ ਹੋਣ ਜੀ ਜੀ ਤੇ ਉਹ ਚਲੇ ਜਾਣ, ਮਾਵਾਂ ਵਰਗੀ ਸੱਸ, ਬੇਸ਼ੱਕ ਮਾਤਾ ਗੁਜਰੀ ਕੌਰ ਸੱਸ ਸੀਗੀ, ਜੀ 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 ਪਰ ਮਾਵਾਂ ਨਾਲੋਂ ਜ਼ਿਆਦਾ ਪਿਆਰ ਕਰਨ ਵਾਲੀ, ਹਾਂਜੀ ਧਰਮ ਦੀ ਮੂਰਤ ਜਿਹੜੀ ਸੀਗੀ, ਗਿਆਨ ਦੀ ਮੂਰਤ ਸੀਗੀ, ਜਿਹਨੇ ਔਖੇ ਸਮੇਂ 'ਚ ਗੁਰੂ ਘਰ ਦੀ ਅਗਵਾਈ ਕੀਤੀ। ਗੁਰੂ ਗੋਬਿੰਦ ਸਿੰਘ ਜੀ ਛੋਟੇ ਸੀ ਉਦੋਂ ਵੀ, ਉਹ ਵੀ ਚਲੇ ਗਏ, ਉਹ ਵੀ ਨਹੀਂ ਦਿਸਦੇ ਹੈਗੇ। ਜੀ ਤੇ ਇਹ ਵਿਰਾਗ ਆਉਣਾ ਕੁਦਰਤੀ, ਅੱਖਾਂ 'ਚੋਂ ਨੀਰ ਵਹਿ ਰਿਹਾ, ਤੇ ਜਦੋਂ ਅੱਖਾਂ 'ਚੋਂ ਨੀਰ ਵਹਿਣਾ ਆ, ਉਦੋਂ ਸਤਿਗੁਰੂ ਨੇ ਸਮਝਾਉਣੀ ਤਾਂ ਕਰਨੀ ਆ ਨਾ। ਹਾਂਜੀ ਤੇ ਸਤਿਗੁਰੂ ਸਮਝਾਉਣੀ ਵੀ ਕਰਦੇ ਆ ਕਿ ਦੇਖੋ ਇਹ ਸੰਸਾਰ ਆਵਣ ਜਾਣਾ, ਤੁਸੀਂ ਅਫਸੋਸ ਉਹਦਾ ਕਰੀਦਾ ਹੁੰਦਾ ਜਿਹੜਾ ਅਜਾਈ ਚੱਲ ਜਾਵੇ, ਪਰ ਜਿਹੜਾ ਬੰਦਾ ਜੰਗ ਲੜ ਕੇ ਦੇਸ਼ ਧਰਮ ਕੌਮ ਲਈ ਸ਼ਹੀਦ ਹੋਇਆ ਆ, ਜਿਹਨੇ ਆਪਣਾ ਬਲਿਦਾਨ ਦੇਸ਼ ਧਰਮ ਕੌਮ ਲਈ ਦਿੱਤਾ, ਜਿਹਨੇ ਕੋਈ ਨਵੇਂ ਮਾਪਦੰਡ ਕਾਇਮ ਕੀਤੇ, ਜਿਹਦੇ ਤੇ ਮਾਣ ਕੀਤਾ ਜਾ ਸਕਦਾ, ਜਿਹਦੀ ਕੁਰਬਾਨੀ ਉੱਤੇ, ਉਹਦਾ ਕਾਹਦਾ ਅਫਸੋਸ? ਕਦੀ ਸ਼ਹੀਦਾਂ ਦੇ ਥੋੜ੍ਹਾ ਅਫਸੋਸ ਕਰੀ ਦਿੰਦੇ ਆ। ਜੀ
ਤੇ ਤੁਸੀਂ ਤੇ ਗੌਰਵ ਮਹਿਸੂਸ ਕਰੋ ਕਿ ਤੁਹਾਡੇ ਪੁੱਤਰ ਇਹੋ ਜਿਹਾ ਜੀਵਨ, ਤੁਹਾਡੇ ਪੁੱਤਰ ਵੀ ਸਿੱਖ ਵੀ ਸਾਰੇ ਇਹੋ ਜਿਹਾ ਜੀਵਨ ਜੀ ਕੇ ਗਏ ਆ, ਇਹੋ ਜਿਹੀਆਂ ਸ਼ਹਾਦਤਾਂ ਦੇ ਕੇ ਗਏ ਆ, ਇਹੋ ਜਿਹਾ ਪੂਰਨੇ ਪਾ ਕੇ ਗਏ ਕਿ ਲੋਕਾਂ ਨੂੰ ਜ਼ਿੰਦਗੀ ਜਿਉਣਾ ਸਿਖਾ ਗਏ ਜੀ। ਤੁਹਾਡੇ ਪੁੱਤਰ ਕਿਤੇ ਗਏ ਥੋੜਾ ਕਿਤੇ, ਉਹ ਤਾਂ ਅਮਰ ਜੀਵਨ ਹੋ ਗਿਆ ਉਹਨਾਂ ਦਾ, ਹਾਂਜੀ। ਜਿੱਦਾਂ ਦੀ ਸ਼ਹਾਦਤਾਂ ਉਹਨਾਂ ਨੇ ਪਾਈਆਂ ਆ। ਸੋ ਤੁਸੀਂ ਮਾਣ ਮਹਿਸੂਸ ਕਰੋ। ਪਰ ਮੈਂ ਜਿੱਦਾਂ ਪਹਿਲਾਂ ਕਿਹਾ ਵੀ ਗੱਲ ਕਹਿਣੀ ਬੜੀ ਸੌਖੀ ਆ, ਅੱਗੋਂ ਕਹਿੰਦੇ ਵੀ ਹਾਂ ਸਤਿਗੁਰੂ ਜੀ ਜੋ ਤੁਸੀਂ ਕਹਿੰਦੇ ਗੱਲ ਇਹ ਵੀ ਸੱਚ ਆ ਜੀ, ਅਸੀਂ ਸਮਝਦੀਆਂ ਵੀ ਆ, ਮਾਣ ਵੀ ਆ ਸਾਨੂੰ ਆਪਣੇ ਪੁੱਤਰਾਂ ਤੇ। ਪਰ ਸਾਲ ਪਹਿਲਾਂ ਹੱਸਦੇ ਖੇਡਦੇ 4-4 ਪੁੱਤਰ ਸੀ ਸਾਡੇ ਆਲੇ ਦੁਆਲੇ, ਜੀ। ਤੇ ਹੁਣ ਸਾਲ ਬਾਅਦ ਜਦੋਂ ਮਿਲੇ ਤੇ ਸਾਨੂੰ ਇੱਕ ਵੀ ਦਿਸਦਾ ਨਹੀਂ ਪਿਆ, ਯਾਦ ਨਹੀਂ ਜਾਂਦੀ। ਅੱਜ ਇੱਕ ਵੀ ਨਹੀਂ ਹੈਗਾ, ਯਾਦ ਨਹੀਂ ਜਾਂਦੀ। ਦੱਸੋ ਪੁੱਤਰ ਕਿਹਨੂੰ ਆਖੀਏ? ਹਾਂਜੀ। ਪੁੱਤਰ ਕਹਿ ਕੇ ਕਿਹਨੂੰ ਬੁਲਾਈਏ? ਬੜਾ ਔਖਾ ਲੱਗਦਾ ਪਿਆ ਆ, ਮੂੰਹ ਬਦੋ ਬਦੀ ਨਿਕਲਦਾ ਸ਼ਬਦ। ਤੇ ਸਤਿਗੁਰੂ ਨੇ ਸਮਝਾਉਣੀ ਕੀਤੀ ਵੀ ਤੁਹਾਡੇ ਲਈ ਸਿੱਖ ਤੇ ਪੁੱਤਰ ਦੇ ਵਿੱਚ ਅੰਤਰ ਨਹੀਂ ਹੋਣਾ ਚਾਹੀਦਾ। ਸਾਡੇ ਲਈ ਕੋਈ ਨਹੀਂ, ਹਾਂਜੀ। ਸਾਡੇ ਲਈ ਸਿੱਖ ਤੇ ਪੁੱਤਰ ਇੱਕੋ ਜਿਹਾ ਆ। ਅਸੀਂ ਸਿੱਖਾਂ ਨੂੰ ਉਨਾ ਪਿਆਰ ਕਰਦੇ ਜਿੰਨੇ ਪੁੱਤਰਾਂ ਨੂੰ ਪਿਆਰ ਕਰਦੇ ਆ। ਤੇ ਤੁਹਾਡੇ ਵਿੱਚ ਵੀ ਸਿੱਖ ਤੇ ਪੁੱਤਰ ਦੇ ਵਿੱਚ ਫਰਕ ਨਹੀਂ ਹੋਣਾ ਚਾਹੀਦਾ। ਆ ਜਿੰਨੇ ਸਿੱਖ ਆਲੇ ਦੁਆਲੇ ਤੁਰੇ ਫਿਰਦੇ ਜਾਨਾਂ ਤਲੀ ਦੇ ਉੱਤੇ ਰੱਖ ਕੇ, ਹਾਂਜੀ, ਸਾਡੇ ਲਈ ਜੀ। ਤੇ ਪੁੱਤਰ ਹੀ ਪਿਓ ਲਈ ਜਾਂ ਭਰਾ ਹੀ ਬਦਾਨੇ ਜੰਗ 'ਚ ਖੜਾ ਹੁੰਦਾ ਇਹ ਸਾਡੇ ਪੁੱਤਰ ਬਣ ਕੇ ਸਾਡੇ ਨਾਲ ਤੁਰੇ ਫਿਰਦੇ ਆ। ਹਾਂਜੀ। ਇਹ ਸਾਡੇ ਪੁੱਤਰ ਹੀ ਆ, ਸਾਡੇ ਲਈ ਆਪਣੀਆਂ ਜਾਨਾਂ ਤਲੀ ਤੇ ਟਿਕਾਈ ਫਿਰਦੇ, ਹੁਕੂਮਤਾਂ ਨੂੰ ਵੰਗਾਰੀ ਫਿਰਦੇ ਆ। ਦੁਨੀਆ ਦੀ ਸਭ ਤੋਂ ਤਾਕਤਵਰ ਹੁਕੂਮਤ ਆ ਮੁਗਲ ਹੁਕੂਮਤ ਉਸ ਸਮੇਂ ਦੀ, ਪਰ ਉਹਨੂੰ ਵੰਗਾਰੀ ਫਿਰਦੇ ਸਾਡੇ ਸਾਰੇ ਪੁੱਤਰ ਹੀ ਆ। ਹਾਂਜੀ, ਹਾਂਜੀ। ਤੇ ਤੁਸੀਂ ਵੀ ਇਹਨਾਂ ਨੂੰ ਪੁੱਤਰ ਸਮਝੋ। ਤੇ ਜਿਹੜਾ ਸਤਿਗੁਰੂ ਨੇ ਜਵਾਬ ਦਿੱਤਾ ਸਾਡੇ ਇਤਿਹਾਸ ਨੇ ਉਹ ਲਿਖਿਆ ਵੀ ਆ ਜੀ। ਕਿ ਉਹ ਕਵਿਤਾ 'ਚ ਇਤਿਹਾਸ ਲਿਖਣ ਦੀ ਗੱਲ ਸੀਗੀ। ਸਤਿਗੁਰੂ ਦੀ ਜਿਹੜੀ ਸਮਝਾਉਣੀ ਸੀ ਉਹਨੂੰ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸਤਚਾਰ, ਜਿਹੜੇ ਤਲੀ ਤੇ ਜਾਨਾਂ ਟਕਾਈ ਫਿਰਦੇ ਆ, ਇਹਨਾਂ ਪੁੱਤਰਾਂ ਦੇ ਸਿਰ ਦੇ ਉੱਤੋਂ ਮੈਂ ਆਪਣੇ 4 ਪੁੱਤਰ ਵਾਰੇ ਆ ਜੀ। ਹਜ਼ਾਰਾਂ ਪੁੱਤਰ ਤੁਹਾਡੇ ਬਣਾਤੇ ਹੋ। ਹਾਂਜੀ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀ ਇਹ ਸੁਤ 4 ਪੁੱਤਰ ਵਾਰ ਦਿੱਤੇ ਆ। 4 ਮੂਹੇ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। 4 ਜੇ ਚੱਲ ਵਸੇ ਤੇ ਫਿਰ ਕੀ ਹੋਇਆ? ਹਾਂਜੀ। ਜੀਵਤ ਕਈ ਹਜ਼ਾਰਾਂ ਹੀ ਜਿੰਦੇ ਆ। ਤੁਸੀਂ ਉਹਨਾਂ ਨੂੰ ਪੁੱਤਰ ਆਖੋ, ਇਹਨਾਂ 'ਚ ਆਪਣੇ ਪੁੱਤਰ ਵੇਖੋ। ਇਹ ਸਤਿਗੁਰ ਨੇ ਜਦੋਂ ਬੋਲ ਦਿੱਤੇ, ਔਰ ਇਸੇ ਸਤਿਗੁਰ ਦੇ ਬੋਲਾਂ ਨੂੰ, ਇਤਿਹਾਸ ਦੇ ਇਹਨਾਂ ਬੋਲਾਂ ਨੂੰ ਕਿਸੇ ਕਵੀ ਨੇ ਵੀ ਬੜੇ ਪਿਆਰ ਨਾਲ ਆਖਿਆ ਆ ਜੀ। ਔਰ ਜਿਹੜੇ ਕਵੀ ਦੇ ਬੋਲਿਆ ਨਾ, ਹਾਂਜੀ, ਕਵੀ ਦੇ ਬੋਲ ਕਹਿੰਦੇ, ਦੇਸ਼ ਧਰਮ ਤੇ ਕੌਮ ਦੀ ਆਣ ਬਦਲੇ 4 ਪੁੱਤ ਅਸੀਂ ਜੇ ਵਾਰ ਬੈਠੇ, ਭਾਗਾਂ ਵਾਲੀਏ ਮਾਰ ਨਿਗਾਹ ਤਕਲਾ ਤੇਰੀ ਗੋਦ ਵਿੱਚ ਕਈ ਹਜ਼ਾਰ ਬੈਠੇ। ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਘਰ ਨੂੰ ਸਮਝਾਉਣੀ ਕੀਤੀ ਆ ਜੀ। ਇਹ ਖਾਲਸਾ ਤੁਹਾਡਾ ਇਹ ਪੁੱਤਰ ਆ। ਹਾਂਜੀ। ਖੈਰ ਮਨ ਸਮਝਦਾ ਆ, ਤੇ ਹੌਲੀ ਹੌਲੀ ਗੱਲ ਸਮਝਣੀ ਸ਼ੁਰੂ ਹੋਣੀ ਸੀਗੀ। ਵਿਰਾਗ ਵੀ ਆਉਣਾ ਆ, ਅੱਖਾਂ 'ਚੋਂ ਨੀਂਦ ਵੀ ਬਹਿਣਾ ਆ, ਪੁੱਤਰਾਂ ਦੀ ਯਾਦ ਵੀ ਆਉਣੀ ਆ। ਔਰ ਇਹ ਸੁਭਾਵਿਕ ਗੱਲ ਆ, ਇਹਦੇ 'ਚ ਕੋਈ ਏਡੀ ਵੱਡੀ ਗੱਲ ਹੈ ਨਹੀਂ ਗੀ। ਇਹ ਸੁਭਾਵਿਕ ਗੱਲ ਆ। ਮਾਵਾਂ ਦਾ ਮਨ ਪਸੀਜਦਾ ਹੀ ਹੁੰਦਾ ਪੁੱਤਰਾਂ ਦੇ ਲਈ। ਸਤਿਗੁਰੂ ਦੀਆਂ ਗੱਲਾਂ ਵੱਖਰੀਆਂ, ਸਤਿਗੁਰੂ ਦੀਆਂ ਗੱਲਾਂ ਵੱਖਰੀਆਂ। ਸੋ ਜਦੋਂ ਇਹ ਭਾਈ ਡੱਲੇ ਨੇ ਦੇਖਿਆ ਕਿ ਮਾਵਾਂ ਥੋੜ੍ਹੀਆਂ ਜਿਹੀਆਂ ਉਦਾਸ ਜਿਹੀਆਂ ਆ, ਵਿਰਾਗ 'ਚ ਆ, ਕਦੀ ਕਦੀ ਅੱਖਾਂ 'ਚ ਨੀਰ ਆ ਜਾਂਦਾ ਆ, ਤੇ ਭਾਈ ਡੱਲੇ ਨੇ ਆਖਿਆ, ਸਤਿਗੁਰੂ ਜੀ ਕੋਈ ਸੇਵਾ 'ਚ ਹਾਜ਼ਰ ਰਹਿੰਦਾ ਹੁੰਦੀ, ਸਾਡੀ ਗੱਲ ਸੁਣੀ ਵੀ ਆ ਜੀ। ਕਹਿੰਦਾ, ਸਤਿਗੁਰੂ ਜੀ ਕਿ ਮਾਤਾਵਾਂ ਦਾ ਨਾ ਦਿਲ ਲਾਉਣ ਦੇ ਲਈ ਬਿਹਤਰ ਇਹ ਆ ਹਾਂਜੀ ਕਿ ਇਹਨਾਂ ਦਾ ਤੰਬੂਆਂ 'ਚ ਰਹਿਣਾ ਠੀਕ ਵੀ ਨਹੀਂ। ਠੀਕ ਕਿ ਤੁਸੀਂ ਤੰਬੂਆਂ ਦੀ ਰਹਿਸ਼ 'ਚ ਰਹਿ ਰਹੇ ਆ। ਹਾਂਜੀ ਹਾਂਜੀ। ਇਹਨਾਂ ਦਾ ਤੰਬੂਆਂ 'ਚ ਰਹਿਣਾ ਠੀਕ ਵੀ ਨਹੀਂ। ਇੱਥੇ ਉਹ ਜਿਹੜੀਆਂ ਅੰਦਰ ਕਿਲੇ ਵਾਲੀਆਂ ਸੁੱਖ ਸੁਵਿਧਾ ਹੁੰਦੀ ਆ, ਸਹੂਲਤਾਂ ਹੁੰਦੀਆਂ, ਉਹ ਹੋ ਨਹੀਂ ਸਕਦੀਆਂ ਜੀ ਜੀ। ਇਹ ਮਾਤਾਵਾਂ ਨੂੰ ਕਹੋ ਕਿ ਜਾ ਕੇ ਕਿਲੇ 'ਚ ਰਹਿਣ, ਸਾਡੇ ਪਰਿਵਾਰ ਦਾ, ਜਿੱਥੇ ਸਾਡਾ ਪਰਿਵਾਰ ਰਹਿੰਦਾ, ਸਾਡੀਆਂ ਮਾਤਾਵਾਂ ਰਹਿੰਦੀਆਂ, ਸਾਡੀਆਂ ਭੈਣਾਂ ਰਹਿੰਦੀਆਂ, ਸਾਡੇ ਪਰਿਵਾਰ ਰਹਿੰਦੇ ਆ, ਉੱਥੇ ਨਾਲ ਜਾ ਕੇ ਰਹਿਣ। ਹਾਂਜੀ। ਤੇ ਨਾਲੇ ਮਾਈਆਂ ਨਾਲ ਗੱਲਾਂ ਕਰਕੇ, ਬੀਬੀਆਂ ਕਿਸੇ ਨਾਲ ਗੱਲਾਂ ਬਾਤਾਂ ਕਰਨਗੀਆਂ ਜੀ ਜੀ। ਇੱਥੇ ਤਾਂ ਹੁਣ ਸਿੰਘ ਹੀ ਆਲੇ ਦੁਆਲੇ ਸਾਰੇ ਹੈਗੇ ਆ। ਹਾਂਜੀ ਹਾਂਜੀ। ਏਡਾ ਵੱਡਾ ਮਾਈਆਂ ਹੈ ਨਹੀਂ ਗੀਆਂ, ਸਿੰਘ ਬਹੁਤੇ ਪਰਿਵਾਰਾਂ ਵਾਲੇ ਨਹੀਂ ਨਾਲ, ਬਰਜੀਵੜੇ ਸਿੰਘ ਆ। ਹਾਂਜੀ। ਤੇ ਇਹ ਮਾਈਆਂ ਨੂੰ ਬੇਨਤੀ ਆ ਕਿ ਸਤਿਗੁਰੂ ਜੀ ਕਿਰਪਾ ਕਰੋ, ਬਖਸ਼ਿਸ਼ ਕਰੋ, ਇਹ ਸਾਡੇ ਪਰਿਵਾਰ 'ਚ ਜਾ ਕੇ ਰਹਿਣ। ਇੱਕ ਤਾਂ ਉੱਥੇ ਸੁਰੱਖਿਅਤ ਆ ਇਹਨਾਂ ਤੰਬੂਆਂ ਨਾਲ ਜ਼ਿਆਦਾ ਜੀ ਜੀ। ਦੂਜੇ ਉੱਥੇ ਸੁੱਖ ਸਹੂਲਤਾਂ ਜ਼ਿਆਦੀਆਂ ਆ ਹਾਂਜੀ, ਕਿ ਇੱਥੇ ਤਾਂ ਪੈਣਾ ਵੀ ਧਰਤੀ ਦੇ ਲੰਮੇ ਪੈਣਾ ਸੱਥਾਂ ਤੇ ਸੌਣ ਵਾਲੀ ਗੱਲ ਆ। ਤੇ ਇੱਕ ਤਾਂ ਉੱਥੇ ਜਾ ਕੇ ਸੁੱਖ ਸਹੂਲਤਾਂ ਜ਼ਿਆਦੀਆਂ ਆ, ਦੂਜਾ ਮਾਈਆਂ ਭਾਈਆਂ ਨਾਲ ਗੱਲਾਂ ਕਰਨਗੀਆਂ, ਪਰਿਵਾਰ 'ਚ ਬੈਠਣਗੀਆਂ, ਬੱਚਿਆਂ ਨਾਲ ਗੱਲਾਂ ਹੋਣਗੀਆਂ, ਇਹਨਾਂ ਦਾ ਮਨ, ਉਹਨਾਂ ਤੋਤਲੇ ਬੋਲ ਸੁਣਨਗੇ, ਇਹਨਾਂ ਦੇ ਮਨ ਥੋੜਾ ਜਿਹਾ ਹੋਰ ਬੰਨੇ ਪਊਗਾ ਜੀ। ਸੋ ਇਸ ਕਰਕੇ ਇਹਨਾਂ ਨੂੰ ਤੁਸੀਂ ਇੱਦਾਂ ਕਰੋ ਵੀ ਸਾਡੇ ਘਰ ਉੱਥੇ ਤੋਰ ਦਿਓ। ਤੇ ਮੈਂ ਮਾਈਆਂ ਨੂੰ ਬੇਨਤੀ ਕਰਦਾ, ਸਾਡੀ ਮਾਤਾ ਆ ਕੇ, ਸਾਡੇ ਘਰ ਦੀਆਂ ਬੀਬੀਆਂ ਭੈਣਾਂ ਆ ਕੇ ਇਹਨਾਂ ਨੂੰ ਪਿਆਰ ਨਾਲ ਲੈ ਜਾਂਦੀਆਂ ਹਾਂਜੀ। ਸਤਿਗੁਰੂ ਨੇ ਆਖਿਆ ਵੀ ਸਾਨੂੰ ਕੋਈ ਇਤਰਾਜ਼ ਨਹੀਂ ਜੀ, ਜਿੱਦਾਂ ਇਹਨਾਂ ਦੀ ਮਰਜ਼ੀ, ਜਿੱਦਾਂ ਇਹ ਖੁਸ਼ ਰਹਿੰਦੀਆਂ। ਮਾਤਾਵਾਂ ਨੂੰ ਪੁੱਛ ਲਓ, ਜੋ ਇਹਨਾਂ ਦੀ ਇੱਛਾ ਹੈ ਉਹ ਕਰਨ। ਔਰ ਸਤਿਗੁਰੂ ਇੱਥੇ ਇੱਕ ਪੂਰਨਾ ਪਾ ਰਿਹਾ ਕਿ ਬੰਦੇ ਦਾ ਹੁਕਮ ਹੀ ਨਹੀਂ ਚਾਹੀਦਾ,
ਮਾਤਾਵਾਂ ਦੀ ਜਿਹੜੀ ਘਰ ਦੇ ਵਿੱਚ ਔਰਤਾਂ ਉਹਨਾਂ ਦੀ ਇੱਛਾ ਵੀ ਚੱਲਣੀ ਚਾਹੀਦੀ। ਸਤਿਗੁਰੂ ਜੋ ਇਹਨਾਂ ਦੀ ਇੱਛਾ ਉਹ ਕਰ ਲੈਣ ਤੇ ਸਾਡੇ ਵੱਲੋਂ ਕੋਈ ਨਹੀਂ, ਇਹਨਾਂ ਦੀ ਮਰਜ਼ੀ, ਜਿੱਥੇ ਇਹਨਾਂ ਨੇ ਰਹਿਣਾ ਹੈ ਉੱਥੇ ਰਹਿ ਸਕਦੇ। ਜਦੋਂ ਉਹਨਾਂ ਦੋਨਾਂ ਮਾਤਾਵਾਂ ਨੂੰ ਭਾਈ ਡੱਲੇ ਨੇ ਉੱਥੇ ਪੁੱਛਣਾ ਸੀ, ਪੁੱਛਿਆ ਮਾਤਾ ਜੀ ਕਿਰਪਾ ਕਰੋ ਸਾਡੇ ਘਰ 'ਚ ਚਰਨ ਪਾਓ। ਮੈਂ ਘਰ ਜਾ ਕੇ ਆਪਣੀ ਮਾਈ ਨੂੰ ਬੇਨਤੀ ਕਰਦਾ ਆ ਕੇ ਤੁਹਾਨੂੰ ਲੈ ਜਾਂਦੇ ਘਰ ਨੂੰ, ਉਹ ਆ ਕੇ ਤੁਹਾਨੂੰ ਤੁਸੀਂ ਆਪਣਾ ਥੋੜਾ ਜਿਹਾ ਸਮਾਨ ਜਿਹੜਾ ਨਾਲ ਤਿਆਰ ਕਰ ਲਓ, ਆ ਤੁਹਾਨੂੰ ਲੈ ਜਾਂਦੇ ਆ ਕੇ। ਤੇ ਦੋਨਾਂ ਮਾਤਾਵਾਂ ਨੇ ਇੱਕ ਆਵਾਜ਼ ਦੇ ਵਿੱਚ ਇੱਕ ਸੁਰ ਹੋ ਕੇ ਆਖਿਆ ਕਿ 1 ਸਾਲ ਬਾਅਦ ਤਾਂ ਸਾਨੂੰ ਕਲਗੀਧਰ ਪਾਤਸ਼ਾਹ ਦੇ ਦਿਦਾਰੇ ਅੱਗੇ ਹੋਏ ਆ। 1 ਸਾਲ ਤੋਂ ਵਿਛੋੜਾ ਪਿਆ ਹੋਇਆ ਸੀਗਾ, 1 ਸਾਲ ਬਾਅਦ ਤਾਂ ਅੱਗੇ ਦਿਦਾਰੇ ਹੋਏ ਆ ਤੇ ਅਸੀਂ ਇਹਨਾਂ ਦੇ ਚੋਜ ਇਹੀ ਜਾਣਨ, ਪਰ ਅਸੀਂ ਆਪਣੀ ਇੱਛਾ ਨਾਲ ਇਹਨਾਂ ਤੋਂ ਵਿਛੋੜਾ ਨਹੀਂ ਪਾਉਣਾ, ਅਸੀਂ ਇਹਨਾਂ ਦੇ ਕੋਲ ਰਹਿਣਾ ਜੀ। ਇਹ ਸਾਡੇ ਸਵਾਮੀ ਵੀ ਆ, ਇਹ ਸਾਡੇ ਸਤਿਗੁਰ ਵੀ ਆ। ਸੋ ਅਸੀਂ ਆਪਣੇ ਸਵਾਮੀ ਸਤਿਗੁਰ ਤੋਂ ਵਿਛੋੜਾ ਆਪਣੀ ਮਰਜ਼ੀ ਨਾਲ ਨਹੀਂ ਪਾਉਣਾ, ਅਸੀਂ ਇੱਥੇ ਰਹਿਣਾ ਆ। ਔਰ ਕਿਲੇ ਦੀਆਂ ਸੁੱਖ ਸੁਵਿਧਾਵਾਂ ਹੋਣਗੀਆਂ, ਸਹੂਲਤਾਂ ਹੋਣਗੀਆਂ, ਤੰਬੂਆਂ 'ਚ ਬੇਸ਼ੱਕ ਜ਼ਮੀਨ ਦੇ ਉੱਤੇ ਸੌਣਾ ਪੈਂਦਾ ਆ, ਪਰ ਜਿੱਥੇ ਇਹ ਆ ਸਾਡੇ ਲਈ ਉਹੀ ਸਵਰਗ ਆ, ਉਹੀ ਸੁੱਖ ਆ, ਉਹੀ ਸਵਰਗ ਆ ਸਾਡੇ ਲਈ, ਉਹੀ ਸੁੱਖ ਆ। ਸੋ ਸਾਰੀਆਂ ਜਿਹੜੇ ਚੰਗਾ ਖਾਣ ਪਹਿਨਣ ਹੋਊਗਾ, ਉੱਥੇ ਨੌਕਰ ਚਾਕਰ ਹੋਣਗੇ, ਸੇਵਾ ਹੋਊਗੀ, ਸਾਨੂੰ ਪਤਾ ਆ ਡੱਲਿਆ ਵੀ ਕਿਲੇ 'ਚ ਤੇਰੀ ਹਵੇਲੀ ਦੇ ਵਿੱਚ ਬੜਾ ਕੁਝ ਹੋਏਗਾ। ਪਰ ਜਿਹੜਾ ਸਾਡਾ ਫਰਜ਼ ਬਣਦਾ ਆ ਕਿ ਏਕ ਜੋਤ ਦੋਇ ਮੂਰਤੀ ਧਨ ਪਰ ਕਹੀਏ ਸੋਈ, ਇਹਨਾਂ ਦੀ ਇਹ ਗੱਲ ਜਾਣਨ ਕਦੋਂ ਸਾਡਾ ਵਿਛੋੜਾ ਪਾਉਣਾ, ਇਹ ਤਾਂ ਗੁਰੂ ਜਾਣੇ ਵੀ ਕਿੰਨਾ ਚਿਰ ਸਾਨੂੰ ਆਪਣੇ ਕੋਲ ਰੱਖਣਾ, ਕਿੰਨਾ ਚਿਰ ਨਹੀਂ ਰੱਖਣਾ। ਪਰ ਜਿਹੜੀ ਉਹ ਗੱਲ ਆ ਬਈ ਇਹ ਧਨ ਪਰ ਕਹੀਏ ਸੋਈ ਵਾਲੀ ਗੱਲ, ਏਕ ਜੋਤ ਦੋਇ ਮੂਰਤੀ, ਅਸੀਂ ਆਪਣਾ ਵਿਛੋੜਾ ਨਹੀਂ ਪਾਉਣਾ ਹੈਗਾ, ਅਸੀਂ ਇਹਨਾਂ ਦੇ ਕੋਲ ਰਹਿਣਾ ਆ। ਇਹ ਦੁੱਖ ਵਿੱਚ ਆ, ਇਹ ਸੁੱਖ ਵਿੱਚ ਆ, ਇਹ ਆਨੰਦ ਵਿੱਚ ਆ, ਜਿਹੜੇ ਰੰਗ 'ਚ ਇਹ ਹੈਗੇ ਆ ਅਸੀਂ ਇਹਨਾਂ ਦੇ ਨਾਲ ਆ। ਸੋ ਮਾਤਾਵਾਂ ਨੇ ਉਹ ਜਿਹੜੀ ਇੱਕ ਤਰ੍ਹਾਂ ਦੀ ਪਿਰਤ ਕਹਿਣੀ ਚਾਹੀਦੀ ਆ, ਜਿਹੜੀ ਗੁਰਬਾਣੀ ਦੀ ਪਿਰਤ ਤੁਰੀ ਆ ਰਹੀ ਆ। ਗੁਰਬਾਣੀ ਦੇ ਪੰਕਤੀਆਂ ਮੈਂ ਅੱਧੀ ਕਹੀਏ ਕਹਿ ਦਿੰਦਾ, ਫਿਰ ਵੀ ਧਨ ਪਿਰ ਨਾ ਆਖੀਏ ਬਹਿਣ ਇਕੱਠੇ ਹੋਏ, ਏਕ ਜੋਤ ਦੋਇ ਮੂਰਤੀ ਧਨ ਪਿਰ ਕਹੀਏ ਸੋਏ। ਵੀ ਸਾਡੇ ਤਾਂ ਏਦਾਂ ਇਹਨਾਂ ਨਾਲ ਲਿਵ ਲੱਗੀ ਹੋਈ ਆ ਬਿਲਕੁਲ। ਤੇ ਉਹਨਾਂ ਨੇ ਮਾਤਾਵਾਂ ਨੇ ਨਾ ਕਰ ਦਿੱਤੀ ਜਾਣ ਤੋਂ। ਅਸੀਂ ਦੁੱਖ ਵਿੱਚ ਸੁੱਖ ਵਿੱਚ ਹਰ ਥਾਂ ਤੇ ਆਪਣੇ ਪਤੀ ਦੇ ਨਾਲ ਰਹਿਣਾ ਪਸੰਦ ਕਰਦੇ। ਸੋ ਤਲਵੰਡੀ ਸਾਬੋ ਦੇ ਵਿੱਚ ਮਾਤਾਵਾਂ ਦੇ ਲਈ ਇੱਕ ਵੱਖਰਾ ਤੰਬੂ ਲਵਾਤਾ ਗਿਆ, ਵੱਖਰਾ ਤੰਬੂ ਲੱਗਾ। ਉਸ ਤੰਬੂ ਦੇ ਅੰਦਰ ਜਿੰਨੀਆਂ ਕੁ ਸੁੱਖ ਸੁਵਿਧਾਵਾਂ ਦਾ ਇੰਤਜ਼ਾਮ ਹੋ ਸਕਦਾ ਸੀ ਭਾਈ ਡੱਲੇ ਨੇ ਆਪਦੇ ਵੱਲੋਂ ਕੀਤਾ ਆ। ਔਰ ਮਾਤਾਵਾਂ ਤੰਬੂ 'ਚ ਰਹਿ ਰਹੀਆਂ, ਵੱਖਰੇ ਤੰਬੂ 'ਚ ਰਹਿ ਰਹੀਆਂ ਇਹ। ਸਤਿਗੁਰੂ ਉੱਥੇ ਨਾਲ ਦੇ ਵੱਖਰੇ ਤੰਬੂ 'ਚ ਰਹਿ ਗਿਆ, ਕਿਉਂਕਿ ਸਤਿਗੁਰ ਦਾ ਜਿਹੜਾ ਤੰਬੂ ਆ ਨਾ, ਉਹ ਨਾਲ ਸਤਿਗੁਰ ਦਾ ਦਰਬਾਰ ਵੀ ਉੱਥੇ ਸਤਿਗੁਰ ਨੇ ਬੈਠ ਕੇ ਆਏ ਗਿਆ ਨੂੰ ਮਿਲਣਾ ਵੀ ਆ, ਹਦਾਇਤਾਂ ਵੀ ਦੇਣੀਆਂ ਆ, ਸਿੱਖਾਂ ਨੇ ਵੀ ਆ ਕੇ ਮਿਲਣਾ ਆ। ਉੱਥੇ ਸਤਿਗੁਰ ਨੇ ਗਾਂ ਦੇ ਪ੍ਰੋਗਰਾਮ ਵੀ ਬੈਠ ਕੇ ਲਿਖਣੇ ਆ। ਸੋ ਮਾਤਾਵਾਂ ਦਾ ਤੰਬੂ ਵੱਖਰਾ, ਸਤਿਗੁਰ ਦਾ ਤੰਬੂ ਵੱਖਰਾ। ਸੋ ਉਹਦੇ ਲਈ ਵੱਖਰਾ ਇੰਤਜ਼ਾਮ ਕਰਤਾ ਤਾਂ ਕਿ ਗਾਹੇ ਬਗਾਹੇ ਜਦੋਂ ਸਤਿਗੁਰੂ ਜੀ ਤਾਂ 24 ਘੰਟੇ ਸੰਗਤ ਦੀ ਸੇਵਾ 'ਚ ਹਾਜ਼ਰ ਹੈ ਸਤਿਗੁਰੂ ਜੀ। ਸੋ ਮਾਤਾਵਾਂ ਨੂੰ ਕਿਤੇ ਆਰਾਮ ਕਰਨ ਲਈ ਵੀ ਸਮਾਂ ਮਿਲ ਸਕੇ। ਸੋ ਉੱਥੇ ਉਹਨਾਂ ਦਾ ਤੰਬੂ ਲਵਾਤਾ ਗਿਆ ਆ, ਮਾਤਾਵਾਂ ਨੇ ਉੱਥੇ ਰਹਿਣਾ ਸ਼ੁਰੂ ਕੀਤਾ ਆ। ਔਰ ਸਵੇਰੇ ਦੀਵਾਨ ਲੱਗਦੇ ਆ ਤਾਂ ਮਾਤਾਵਾਂ ਉਹਦੇ ਸ਼ਾਮਲ ਹੁੰਦੀਆਂ, ਸ਼ਾਮ ਦੇ ਦੀਵਾਨ ਲੱਗਦੇ ਤਾਂ ਸ਼ਾਮਲ ਹੁੰਦੀਆਂ। ਲੰਗਰ ਪਾਣੀ ਤਿਆਰ ਹੁੰਦਾ, ਨਾਲ ਮਾਤਾਵਾਂ ਜਿੱਦਾਂ ਬਾਕੀ ਸਿੰਘ ਸੇਵਾ ਕਰਦੇ ਆ, ਲੰਗਰ ਪਾਣੀ ਦੀ ਸੇਵਾ ਵੀ ਕਰਦੀਆਂ ਆ। ਲੰਗਰ ਪਾਣੀ ਦੇ ਵਿੱਚ ਵਰਤਾਵੇ ਦੀ ਬੰਦੀਆਂ, ਲੰਗਰ ਪਾਣੀ ਦੀਆਂ ਇੰਚਾਰਜ ਇੱਕ ਤਰ੍ਹਾਂ ਦੀਆਂ ਮਾਤਾਵਾਂ ਬਣ ਗਈਆਂ ਹੋਈਆਂ। ਜ਼ਿੰਮੇਵਾਰੀ ਜਿਹੜੀ ਸੀ ਸਿੰਘਾਂ ਦੇ ਨਾਲ ਵੰਡਾਉਣੀ ਸ਼ੁਰੂ ਕਰਤੀ। ਸੋ ਸਿੰਘਾਂ ਨੂੰ, ਗੁਰਸਿੱਖਾਂ ਨੂੰ ਗੁਰੂ ਦੇ ਕਹਿਣ ਮੁਤਾਬਕ ਆਪਣੇ ਪੁੱਤਰ ਸਮਝ ਕੇ ਉਹਨਾਂ ਨੂੰ ਹੁਣ ਲੰਗਰ ਪਾਣੀ ਤਿਆਰ ਕਰਕੇ ਛਕਾਉਂਦੀਆਂ ਹੈਗੀਆਂ ਆ। ਸੋ ਇਹ ਜਿਹੜੀ ਜਦੋਂ ਇੱਧਰ ਲੰਗਰ ਪਾਣੀ ਸੇਵਾ 'ਚ ਲੱਗੇ, ਨਾਲ ਸਿਮਰਨ 'ਚ ਲੱਗ ਗਿਆ, ਸਵੇਰ ਸ਼ਾਮ ਦੀਵਾਨ ਲੱਗਦੇ ਆ, ਦੀਵਾਨ 'ਚ ਸ਼ਾਮਲ ਹੁੰਦੀਆਂ ਆ ਤੇ ਸੇਵਾ 'ਚ ਸ਼ਾਮਲ ਹੁੰਦੀਆਂ। ਸੋ ਮਾਤਾਵਾਂ ਦਾ ਦਿਲ ਜਿਹੜਾ ਆ, ਇੱਕ ਦਿਨ ਹੋਰ, ਦੂਜੇ ਦਿਨ ਹੋਰ, ਤੀਜੇ ਦਿਨ ਹੋਰ। ਸੋ ਉਹਨਾਂ ਨੇ ਸਿੰਘਾਂ ਦੇ ਵਿੱਚੋਂ ਹੀ, ਆਪਣੇ ਬੱਚਿਆਂ, ਸਿੱਖਾਂ ਦੇ ਵਿੱਚੋਂ ਜਿਹੜੇ ਮਰਜੀਬ ਦੇ ਸਿੱਖ ਆ, ਉਹਨਾਂ 'ਚ ਆਪਣੇ ਪੁੱਤਰਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ। ਔਰ ਸਿੱਖਾਂ ਦੇ ਵਿੱਚੋਂ ਆਪਣੇ ਪੁੱਤਰਾਂ ਨੂੰ ਦੇਖਣਾ ਸ਼ੁਰੂ ਕੀਤਾ ਜਦੋਂ ਮਾਤਾਵਾਂ ਨੇ ਪੁੱਤਰਾਂ ਵਾਲਾ ਪਿਆਰ ਦਿੱਤਾ ਆ। ਤੇ ਮੈਂ ਅੱਜ ਇੱਥੇ ਥੋੜੇ ਜਿਹਾ ਰਹਾਉ ਜਾ ਕੇ ਗੱਲ ਕਰਨੀ ਚਾਹੁੰਦਾ ਕਿ ਗੁਰੂ ਨੇ ਆਪਣੇ ਹੋਣਹਾਰ ਪੁੱਤਰ ਵਾਰ ਕੇ, ਸਭ ਜ਼ਿਆਦਾ ਹੋਣਹਾਰ ਪੁੱਤਰ ਸੀ। ਜੇ ਕਦੇ ਗਿਆਨ ਦੀ ਗੱਲ ਤਾਂ ਸਿਖਰ ਦੀ ਗੱਲ, ਛੋਟੇ ਸਾਹਿਬਜ਼ਾਦੇ ਦੀ ਵੀ ਮੁਗਲ ਸੂਬੇਦਾਰ ਦਾ ਬੋਲਣਾ ਬੰਦ ਕਰਤਾ, ਸੁੱਚਾਨੰਦ ਵਰਗੇ ਵਕੀਲ ਦਾ ਬੋਲਣਾ ਬੰਦ ਕਰ ਦਿੱਤਾ। ਤੇ ਜੇ ਬਹਾਦਰੀ ਸੀ ਜੰਗ ਦੇ ਮੈਦਾਨ ਦੀ ਤਾਂ ਵੀ ਸਿਖਰ ਦੀ ਗੱਲ। ਔਰ ਜੇ ਕਦੇ ਕੁਰਬਾਨੀ ਵਾਲੀ ਗੱਲ ਆਈ ਤੇ ਉਹ ਵੀ ਸਿਖਰ ਦੀ ਗੱਲ। ਤੇ ਪਰ ਹੋਣਹਾਰ ਪੁੱਤਰ ਸੀ ਸਤਿਗੁਰ ਦੇ। ਸਤਿਗੁਰ ਨੇ ਹੋਣਹਾਰ ਪੁੱਤਰਾਂ ਨੂੰ ਵਾਰ ਕੇ ਸਾਨੂੰ ਆਪਣੇ ਪੁੱਤਰ ਬਣਾਇਆ। ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਫਿਰ
ਜੇ ਆਪਣੀਆਂ ਪਤਨੀਆਂ ਨੂੰ ਸਤਿਗੁਰੂ ਕਹਿ ਸਕਦੇ ਆ ਕਿ ਇਹਨਾਂ ਨੂੰ ਪੁੱਤਰਾਂ ਦੇ ਰੂਪ 'ਚ ਦੇਖੋ, ਤੇ ਸਾਨੂੰ ਵੀ ਸਤਿਗੁਰੂ ਦਾ ਹੁਕਮ ਹੈ ਕਿ ਅਸੀਂ ਸਤਿਗੁਰੂ ਦੀਆਂ ਪਰਿਵਾਰ ਨੂੰ, ਸਤਿਗੁਰੂ ਨੂੰ ਬਿਲਕੁਲ ਪਿਤਾ ਵਾਂਗੂ ਮਾਤਾ ਵਾਂਗੂ ਦੇਖੀਏ। ਤੇ ਜੇ ਪਿਤਾ ਤੇ ਮਾਤਾ ਵਾਂਗੂ ਦੇਖਣਾ ਸ਼ੁਰੂ ਕਰਾਂਗੇ, ਸਾਨੂੰ ਆਪਣਾ ਹਰ ਕਰਮ ਕਰਦਿਆਂ ਯਾਦ ਰੱਖਣਾ ਚਾਹੀਦਾ ਕਿ ਮੇਰੇ ਕਿਸੇ ਕਰਮ ਦੇ ਨਾਲ, ਮੇਰੇ ਕਿਸੇ ਬੈਠਣ ਉੱਠਣ ਦੇ ਤਰੀਕੇ ਦੇ ਨਾਲ, ਮੇਰੇ ਕਿਸੇ ਤੁਰਨ ਫਿਰਨ ਦੇ ਤਰੀਕੇ ਦੇ ਨਾਲ ਕੋਈ ਮੇਰੇ ਸਤਿਗੁਰੂ ਨੂੰ ਨਾ ਮੇਣਾ ਮਾਰ ਜਾਵੇ। ਜੀ ਜੀ, ਉਹਨੇ ਆਪਣੇ ਹੋਣਹਾਰ ਪੁੱਤਰ ਵਾਰ ਕੇ ਸਾਨੂੰ ਆਪਣਾ ਪੁੱਤਰ ਬਣਾਇਆ ਆ। ਸੋ ਆਪਾਂ ਸਤਿਗੁਰੂ ਦੇ ਮਾਰਗ ਤੇ ਚੱਲੀਏ ਔਰ ਸਤਿਗੁਰੂ ਦੇ ਪੁੱਤਰ ਬਣ ਕੇ ਰਹੀਏ ਬਸ। ਬਿਲਕੁਲ ਜੀ, ਉਦਾਂ ਦੀ ਆਦਤਾਂ ਪਾਉਣ ਦੀ ਕੋਸ਼ਿਸ਼ ਕਰੀਏ। ਮੈਂ ਕਿਹਾ ਸਮਾਂ ਬਿਲਕੁਲ ਵੀਰ ਜੀ, ਹਾਂਜੀ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਸ ਦਾ ਵੀਰ ਜੀ ਦੱਸ ਰਹੇ ਸੀ ਕਿ ਆਪਾਂ ਕੋਸ਼ਿਸ਼ ਕਰੀਏ ਕਿ ਸਤਿਗੁਰੂ ਜੀ ਦੇ ਲਾਇਕ ਪੁੱਤ ਬਣ ਸਕੀਏ। ਲਾਇਕ ਤਾਂ ਅਸੀਂ ਬਹੁਤ ਬਣ ਚੁੱਕੇ ਹਾਂ, ਪਰ ਜੇ ਆਪਣੇ ਆਪ ਨੂੰ ਸੁਧਾਰਾਂਗੇ ਤਾਂ ਸੁਧਰ ਜ਼ਰੂਰ ਸਕਦੇ ਹਾਂ। ਪ੍ਰੋਗਰਾਮ ਕਰਦੇ ਹਾਂ, ਅਗਰ ਸਾਡੇ ਕੋਲ ਗਲਤੀ ਹੋ ਗਈ ਹੋਵੇ, ਦੋਵੇਂ ਹੱਥ ਜੋੜ ਕੇ ਅਸੀਂ ਤੁਹਾਡੇ ਕੋਲੋਂ ਮਾਫੀ ਮੰਗਦੇ ਹਾਂ। ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਫਿਰ ਮੁਲਾਕਾਤ ਹੋਵੇਗੀ। ਇੱਥੇ ਹੀ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देश शिवा पर मोहे है, शुभ कर्म ते कभू न डरूं। न डरूं और सोच अब जाए लड़ूं, निश्चय कर अपनी जीत करूं।